ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੰ ਹਿਰਦੈ ਧਿਆਵੰ ਸ਼੍ਰੀ ਗੁਰ ਰਾਮਦਾਸ ਗੁਣ ਗਾਵੰ ਨਾ ਸਕਾ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ ਨਾਮੋ ਕਰ ਜੋਰੇ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦਾਂ ਕਰ ਅਨੁਰਾਗ ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਭਾਗ ਇਹ ਭੇਦਾ ਜਿਹ ਤੇ ਮਿਟੈ ਝੂਠ ਜਗ ਖੇਦਾ ਆਤਮ ਸਵਯੰ ਸੋ ਜੋਤ ਪ੍ਰਕਾਸ਼ਾ ਰਾਗ ਦਵੈਕ ਤੇ ਬਿਨ ਅਬਿਨਾਸ਼ਾ ਭੂ ਸੁਨ ਮਹਿਤ ਭਾਗ ਇਹ ਭੇਦਾ ਜਹ ਤੇ ਮਿਟੈ ਝੂਠ ਜਗ ਖੇਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਹਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਧਨ ਧਨ ਜੁਗਾ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਹਲਤ ਪਲਤ ਕੇ ਰੱਖਿਅਕ ਵਾਲੀਏ ਦੋ ਜਹਾਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ
ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ। ਸਰਵਣ ਕਰਨਾ ਕੀਤਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਾਰਿਆਂ ਦੀ ਸੋਧ ਕਰਨੀ ਕੀਤੀ ਹੈ, ਪਰਖ ਕਰਨੀ ਕੀਤੀ। ਜਾਂ ਸੁਧੋਸ ਤਾਂ ਲੈਣਾ ਟਿਕਿਓ ਨ ਤਾਂ ਬਾਬਾ ਲੈਣਾ ਜੀ ਹੀ ਸਤਿਗੁਰੂ ਮਹਾਰਾਜ ਜੀ ਦੇ ਕਸੌਟੀ ਦੇ ਉੱਤੇ ਖਰੇ ਉਤਰੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਉਹ ਮੁਰਦੇ ਦੇ ਕੋਲ ਗਏ, ਉੱਥੇ ਜਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸਿੱਖਾਂ ਨੂੰ ਕਿ ਭਾਈ ਜੇ ਤੁਸੀਂ ਆਪਣੇ ਆਪ ਨੂੰ ਸਾਡੇ ਸਿੱਖ ਅਖਵਾਉਂਦੇ ਹੋ ਤੇ ਸਾਡਾ ਬਚਨ ਮੰਨ ਕਰਕੇ ਆ ਜਿਹੜਾ ਮੁਰਦਾ ਏ ਇਹਨੂੰ ਛਕਣਾ, ਜੇ ਨਹੀਂ ਛਕਣਾ ਤੇ ਸਾਡਾ ਸਿੱਖ ਨਹੀਂ ਅਖਵਾਉਣਾ, ਇੱਥੋਂ ਚੱਲ ਜਾਓ, ਇੱਥੋਂ ਤੁਸੀਂ ਭੱਜ ਜਾਓ। ਹੁਣ ਦੋ ਗੱਲਾਂ ਨਹੀਂ ਹੋ ਸਕਦੀਆਂ ਕਿ ਤੁਸੀਂ ਸਿੱਖ ਵੀ ਅਖਵਾਓ ਤੇ ਸਾਡਾ ਬਚਨ ਵੀ ਨਹੀਂ ਮੰਨਣਾ। ਜੇ ਸਾਡਾ ਬਚਨ ਮੰਨੋਗੇ ਤਾਂ ਅਸੀਂ ਕਵਾਂਗੇ ਕਿ ਹਾਂ ਭਈ ਇਹ ਸਾਡੇ ਸਿੱਖ ਹਨ, ਨਹੀਂ ਤਾਂ ਸਾਡੀ ਨਿਗਾਹ ਤੋਂ ਓਹਲੇ ਹੋ ਜਾਓ, ਭੱਜ ਜਾਓ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਰਨਾ ਕੀਤਾ, ਨਾਲ ਕੁੱਤਕੇ ਛੱਡਣੇ ਕੀਤੇ, ਤਾਂ ਜਿੰਨੇ ਵੀ ਉੱਥੇ ਸਿੱਖ ਸਨ ਪਿਆਰਿਓ ਤਕਰੀਬਨ ਸਾਰੇ ਚੱਲ ਗਏ, ਸਾਰੇ ਦੌੜ ਗਏ। ਕਈ ਜਿਹੜੇ ਹਨ ਦਰਖਤਾਂ ਦੇ ਓਲੇ ਲੁਕ ਕਰਕੇ ਹੁਣ ਤਮਾਸ਼ਾ ਵੇਖ ਰਹੇ ਹਨ ਕਿ ਅੱਗੇ ਭਾਣਾ ਕੀ ਵਰਤਦਾ ਏ। ਤੇ ਬਾਬਾ ਲੈਣਾ ਜੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਕਿਉਂ ਖੜੋਤੇ ਹੋਏ ਹੋ, ਤੁਸੀਂ ਵੀ ਦੌੜ ਜਾਓ, ਭੱਜ ਜਾਓ। ਬਾਬਾ ਲੈਣਾ ਜੀ ਨੇ ਕਿਹਾ ਨਹੀਂ ਸਤਿਗੁਰੂ ਮਹਾਰਾਜ, ਇਹਨਾਂ ਲੋਕਾਂ ਦੇ ਆਪਣੇ ਆਪਣੇ ਘਰ ਹਨ, ਇਹਨਾਂ ਦਾ ਕੋਈ ਨਾ ਕੋਈ ਟਿਕਾਣਾ ਹੈ, ਲੇਕਿਨ ਮਹਾਰਾਜ ਆਪ ਜੀ ਤੋਂ ਬਗੈਰ ਮੇਰਾ ਕੌਣ ਕੀ ਟਿਕਾਣਾ ਹੈ। ਮੇਰਾ ਘਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਸੀਂ ਹੋ, ਤੁਹਾਨੂੰ ਛੱਡ ਕਰਕੇ ਮੈਂ ਹੁਣ ਕਿੱਥੇ ਜਾਵਾਂ, ਮੇਰਾ ਘਰ ਘਾਟ ਹੀ ਤੁਹਾਡੇ ਨਾਲ ਹੀ ਜੁੜਿਆ ਹੋਇਆ। ਇਹ ਜਦੋਂ ਬਚਨ ਕੀਤਾ ਤੇ ਸਤਿਗੁਰੂ ਜੀ ਕਹਿਣ ਲੱਗੇ ਠੀਕ ਹੈ ਭਾਈ, ਫਿਰ ਆ ਮੁਰਦਾ ਛਕਣਾ ਕਰੋ। ਸਤਿਗੁਰੂ ਮਹਾਰਾਜ ਜੀ ਨੇ ਹੱਥ ਜੋੜ ਕਰਕੇ ਉਹਦੇ ਇਰਦ ਗਿਰਦ ਜਦੋਂ ਵਿਚਰਨਾ ਕੀਤਾ ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਭਾਈ ਜੇ ਛਕਣਾ ਤੇ ਛਕੋ, ਐਵੇਂ ਉਹਦੇ ਗੇੜੇ ਕਿਉਂ ਕੱਢਦੇ ਹੋ। ਸਤਿਗੁਰੂ ਮਹਾਰਾਜ ਬਾਬਾ ਲੈਣਾ ਜੀ ਕਹਿਣ ਲੱਗੇ ਮਹਾਰਾਜ ਆਪ ਜੀ ਨੇ ਬਚਨ ਨਹੀਂ ਕੀਤਾ ਕਿ ਮੈਂ ਕਿੱਥੋਂ ਮੁਰਦਾ ਖਾਵਾਂ, ਆਪ ਜੀ ਦੱਸਣਾ ਕਰੋ। ਤਾਂ ਗੁਰੂ ਸਾਹਿਬ ਨੇ ਜਦੋਂ ਕਿਹਾ ਕਿ ਭਾਈ ਪੈਰਾਂ ਤੋਂ ਇਹਨੂੰ ਛਕ ਕਰਕੇ ਸਿਰ ਤੱਕ ਇਹਨੂੰ ਜਾਣਾ ਹੈ, ਪੂਰਾ ਮੁਰਦਾ ਛਕਣਾ। ਇਹ ਜਦੋਂ ਬਚਨ ਸੁਣਿਆ, ਸੁਣ ਕਰਕੇ ਹੱਥ ਜੁੜ ਗਏ ਬਾਬਾ ਲੈਣਾ ਜੀ ਦੇ, ਤੇ ਪੈਰਾਂ ਤੋਂ ਪਿਆਰਿਓ ਮੁਰਦਾ ਛਕਣਾ ਉਹਨਾਂ ਨੇ ਆਰੰਭ ਕਰਨਾ ਕੀਤਾ। ਜਾ ਕਰਕੇ ਪੈਰਾਂ ਵੱਲ ਬੈਠ ਕਰਕੇ ਉਤੋਂ ਦਾ ਕਫਨ ਜਿਹੜਾ ਚਿੱਟਾ ਵਸਤਰ ਲਾ ਦਿੱਤਾ ਤੇ ਅੱਗੇ ਕੀ ਤੱਕਦੇ ਹਨ, ਉਹ ਵਸਤਰਾਂ ਦੇ ਹੇਠ ਕੋਈ ਮੁਰਦਾ ਨਹੀਂ ਹੈ, ਉੱਥੇ ਤਾਂ ਕੜਾ ਪ੍ਰਸ਼ਾਦ ਦੀ ਦੇਗ ਪਈ ਹੋਈ ਹੈ। ਵੇਖ ਕਰਕੇ ਦੰਗ ਹੋ ਗਏ, ਗਦਗਦ ਹੋ ਗਏ, ਭੱਜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜ ਜਾਣਾ ਕੀਤਾ, ਮੱਥਾ ਟੇਕਣਾ ਕੀਤਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੇਖਿਆ ਕਿ ਭਾਈ ਹਰ ਤਰ੍ਹਾਂ ਦੇ ਨਾਲ ਪ੍ਰੀਖਿਆ ਦੇ ਵਿੱਚ ਬਾਬਾ ਲੈਣਾ ਜੀ ਪਾਸ ਹੋ ਗਏ। ਫਿਰ ਉਹਨਾਂ ਦੀਆਂ ਬਾਹਾਂ ਫੜ ਕਰਕੇ ਆਪਣੀ ਗਲ ਵਕੜੀ ਲੈਂਦੇ ਹਨ ਤੇ ਬਚਨ ਕਰਨਾ ਕੀਤਾ ਪੁਰਖਾ ਤੇਰੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਤੁਹਾਡੇ ਵਿੱਚ ਤਾਂ ਮੇਰੇ ਵਿੱਚ ਫਰਕ ਨਹੀਂ ਹੈ, ਆਪਾਂ ਇੱਕ ਹੀ ਹਾਂ। ਤੇ ਅੱਗੇ ਜਾ ਕਰਕੇ ਜਗਤ ਦੀ ਗੁਰਿਆਈ ਤੁਸਾਂ ਨੇ ਭੋਗਣੀ ਹੈ, ਜਗਤ ਗੁਰ ਸੁਆਮੀ ਆਪ ਜੀ ਨੇ ਬਣਨਾ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਬੇਅੰਤ ਵਰ ਜਿਹੜੇ ਹਨ ਬਾਬਾ ਲੈਣਾ ਜੀ ਨੂੰ ਦਿੱਤੇ। ਉਸ ਤੋਂ ਬਾਅਦ ਜਦੋਂ ਫਿਰ ਡੇਰੇ ਦੇ ਵਿੱਚ ਆ ਗਏ, ਕਰਤਾਰਪੁਰ ਸਾਹਿਬ ਦੇ ਵਿੱਚ ਆ ਗਏ, ਹੁਣ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਜੋ ਸਵਾਂਗ ਰਚਨਾ ਕੀਤਾ, ਆ ਇੰਨੇ ਦਿਨਾਂ ਤੋਂ ਆਪ ਜੀ ਜੋ ਪ੍ਰਸੰਗ ਸਰਵਣ ਕਰ ਰਹੇ ਸੀ, ਤਰ੍ਹਾਂ ਤਰ੍ਹਾਂ ਦੇ ਚੋਜ ਮਹਾਰਾਜ ਜੀ ਨੇ ਜੋ ਵਰਤਾਏ, ਮਹਾਰਾਜ ਜੀ ਨੇ ਉਹਨੂੰ ਸੰਕੋਚਨਾ ਕੀਤਾ। ਫਿਰ ਆਮ ਸੰਸਾਰੀ ਵਸਤਰ ਪਾ ਕਰਕੇ ਮੰਜੀ ਥਾਪ ਕੀਆ ਵਰਤਾਰਾ, ਮੰਜੀ ਸਾਹਿਬ ਤੇ ਬੈਠ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਸਤਿਗੁਰੂ ਮਹਾਰਾਜ। ਬਾਬਾ ਲੈਣਾ ਜੀ ਨੇ ਜਦੋਂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਹੁਣ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬਦੇ ਹਨ। ਆਓ ਪਿਆਰਿਓ ਉਹ ਪਾਵਨ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ।
ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਭੋ ਸੁਨ ਮਹਿਤ ਭਾਗ ਇਹ ਭੇਦਾ। ਜਦੋਂ ਬਾਬਾ ਲੈਣਾ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਬਚਨ ਕਰਨਾ ਕੀਤਾ ਕਿ ਦਾਤਾਰ ਜੀਓ ਕਿਰਪਾ ਕਰੋ, ਆਪਣਾ ਪਾਵਨ ਉਪਦੇਸ਼ ਸਾਨੂੰ ਬਖਸ਼ੀਸ਼ ਕਰਨਾ ਕਰੋ, ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਪਦੇਸ਼ ਦੀ ਬਖਸ਼ੀਸ਼ ਕਰਨੀ ਕੀਤੀ। ਆਰੰਭ ਦੇ ਵਿੱਚ ਬਚਨ ਕਰਨਾ ਕੀਤਾ ਕਿ ਭੋ ਸੁਨ ਮਹਿਤ ਭਾਗ ਇਹ ਭੇਦਾ। ਮਹਿਤ ਭਾਗ ਕੇ ਇਹਦਾ ਮਤਲਬ ਕਿ ਸਭ ਤੋਂ ਵੱਡੇ ਭਾਗ ਵਾਲੇ ਬਾਬਾ ਲੈਣਾ ਜੀ, ਇਹ ਜੋ ਆਤਮ ਦਾ ਭੇਦ ਜਿਹੜਾ ਹੈ, ਪਰਮਾਤਮ ਦਾ ਭੇਦ ਜਿਹੜਾ ਹੈ, ਇਹ ਅਸੀਂ ਤੁਹਾਨੂੰ ਦੱਸਦੇ ਹਾਂ। ਇਹ ਆਪ ਜੀ ਸਰਵਣ ਕਰਨਾ ਕਰੋ। ਜਿਹ ਤੇ ਮਿਟੈ ਝੂਠ ਜਗ ਖੇਦਾ। ਜਿਹਦੇ ਨਾਲ ਸੰਸਾਰ ਦਾ ਜਿਹੜਾ ਝੂਠ ਜਿਹੜਾ ਹੈ ਤੇ ਨਾਲ ਜੋ ਸੰਸਾਰ ਦੇ ਖੇਦ ਜੋ ਦੁੱਖ ਹਨ ਇਹ ਮਿਟ ਜਾਂਦੇ ਹਨ। ਆਤਮ ਸਵਯੰ ਸੋ ਜੋਤ ਪ੍ਰਕਾਸ਼ਾ। ਜੋ ਆਤਮਾ ਹੈ ਜਿਹਦੀ ਜੋਤ ਸਵਯੰ ਪ੍ਰਕਾਸ਼ ਹੈ, ਜਿਹਨੂੰ ਵੇਦਾਂਤੀ ਸਵਯੰਭੂ ਬੋਲਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਮੂਲ ਮੰਤਰ ਦੇ ਵਿੱਚ ਜਿਹਨੂੰ ਅਜੂਨੀ ਸਹਿ ਭੰਗ ਕਿਹਾ ਕਿ ਜੋ ਸੁਤੇ ਪ੍ਰਕਾਸ਼ ਹੈ, ਜਿਹਨੂੰ ਪ੍ਰਕਾਸ਼ ਕਰਨ ਵਾਲਾ ਕੋਈ ਵੀ ਨਹੀਂ ਹੈ, ਕੋਈ ਉਹਦੀ ਮਾਤਾ, ਕੋਈ ਉਹਦਾ ਪਿਤਾ ਨਹੀਂ ਹੈ, ਆਪਣੇ ਆਪ ਤੋਂ ਉਹਦਾ ਪ੍ਰਕਾਸ਼ ਹੋ ਰਿਹਾ। ਰਾਗ ਦਵੈਖ ਤੇ ਬਿਨ ਅਬਿਨਾਸ਼ਾ। ਉਹ ਅਬਿਨਾਸ਼ੀ ਪਰਮਾਤਮਾ, ਉਹਨੂੰ ਕੋਈ ਰਾਗ ਨਹੀਂ ਹੈ, ਕੋਈ ਦਵੈਖ ਨਹੀਂ ਹੈ। ਹਰਖ ਸ਼ੋਕ ਜਿਸ ਮਾਹਿ ਨ ਲੇਸ਼ਾ। ਜਿਹਦੇ ਵਿੱਚ ਰੱਤਾ ਮਾਤਰ ਵੀ ਹਰਖ ਨਹੀਂ ਹੈ ਤੇ ਸ਼ੋਕ ਨਹੀਂ ਹੈ। ਉਹ ਆਤਮਿਕ ਅਵਸਥਾ ਦੇ ਵਿੱਚ, ਕਿਉਂਕਿ ਸਰੀਰ ਦੇ ਵਿੱਚ ਮਨ ਤੱਕ ਜਿਹੜਾ ਹਰਖ ਸ਼ੋਕ ਜਾਂਦਾ, ਉਹ ਤੋਂ ਪਰੇ ਜੋ ਆਤਮਾ ਹੈ ਪ੍ਰਮਾਤਮਾ, ਉਹ ਤੱਕ ਹਰਖ ਸ਼ੋਕ ਦਾ ਲੇਸ਼ ਮਾਤਰ ਵੀ ਨਹੀਂ ਲੱਗਦਾ। ਜਨਮ ਮਰਨ ਕੋ ਨਹੀਂ ਕਲੇਸ਼ਾ। ਜਨਮ ਮਰਨ ਦਾ ਜੋ ਕਲੇਸ਼ ਹੈ ਉਸ ਆਤਮਿਕ ਸਰੂਪ ਦੇ ਵਿੱਚ ਨਹੀਂ ਪ੍ਰਾਪਤ ਹੁੰਦਾ। ਘਨਾ ਆਨੰਦ ਪੂਰਨ ਇੱਕ ਸਾਰ। ਉਥੇ ਤਾਂ ਘਨਾ ਆਨੰਦ, ਘਨਾ ਦਾ ਮਤਲਬ ਕਿ ਬਹੁਤ ਜ਼ਿਆਦਾ ਆਨੰਦ ਹੈ, ਪੂਰਨ ਆਨੰਦ ਹੈ ਤੇ ਇੱਕ ਸਾਰਖਾ ਆਨੰਦ ਹੈ। ਇਹ ਨਹੀਂ ਹੈ ਕਿ ਭਾਈ ਕਦੇ ਘਟ ਜਾਂਦਾ, ਕਦੇ ਵੱਧ ਜਾਂਦਾ, ਕਦੇ ਹਾਲ ਆ ਜਾਵੇ, ਕਦੇ ਬੰਦਾ ਦੁਖੀ ਹੋ ਜਾਵੇ। ਇਸ ਤਰ੍ਹਾਂ ਨਹੀਂ ਹੈ। ਸਦਾ ਅਹਿਰਨਿਸ ਇੱਕ ਸਰੀਖਾ, ਸਦਾ ਉਥੇ ਆਨੰਦ ਰਹਿੰਦਾ ਹੈ। ਇਸ ਪ੍ਰਕਾਰ ਆਤਮ ਨਿਰਧਾਰ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਾਬਾ ਲੈਣਾ ਜੀ ਨੂੰ ਬਚਨ ਕੀਤਾ ਕਿ ਇਸ ਤਰ੍ਹਾਂ ਤੁਸੀਂ ਮਨ ਦੇ ਵਿੱਚ ਨਿਰਧਾਰਨ ਕਰਨਾ ਕਰੋ ਕਿ ਇਹ ਆਤਮਾ ਦਾ ਸਰੂਪ ਹੈ। ਜਾਗਰਤ ਸੁਪਨ ਸਖੂਪਤ ਤੀਨੋ। ਇਹ ਜੋ ਤਿੰਨ ਅਵਸਥਾਵਾਂ ਹਨ, ਇੱਕ ਤਾਂ ਜਾਗਰਤ ਅਵਸਥਾ ਹੈ, ਦੂਜੀ ਅਵਸਥਾ ਜਿਹੜੀ ਹੈ ਜਿਹਨੂੰ ਆਪਾਂ ਸੁਪਨ ਅਵਸਥਾ ਬੋਲਦੇ ਆ, ਤੇ ਤੀਜੀ ਅਵਸਥਾ ਹੈ ਉਹਨੂੰ ਆਪਾਂ ਸੁਖੋਪਤ ਬੋਲਦੇ ਆ। ਭਾਵ ਕਿ ਜਦੋਂ ਆਪਾਂ ਜਾਗਰਤ ਰਹਿੰਦੇ, ਜਦੋਂ ਜਾਗ ਕਰਕੇ, ਸਰੀਰ ਕਰਕੇ, ਮਨ ਕਰਕੇ ਜਦੋਂ ਜਾਗਰਤ ਰਹਿੰਦੇ ਆ, ਇਹਨੂੰ ਜਾਗਰਤ ਅਵਸਥਾ ਬੋਲਦੇ। ਉਸ ਤੋਂ ਬਾਅਦ ਕੀ ਹੈ, ਦੂਜੀ ਅਵਸਥਾ, ਉਹਨੂੰ ਸੁਪਨ ਅਵਸਥਾ ਬੋਲਦੇ। ਸੁਪਨ ਅਵਸਥਾ ਦੇ ਵਿੱਚ ਪਿਆਰਿਓ ਸਰੀਰ ਜਿਹੜਾ ਹੈ ਉਹ ਸੌਂ ਜਾਂਦਾ ਹੈ, ਸਰੀਰ ਵਿਸ਼ਰਾਮ ਦੇ ਵਿੱਚ ਚੱਲ ਜਾਂਦਾ, ਲੇਕਿਨ ਮਨ ਜਿਹੜਾ ਉਹ ਵਿਸ਼ਰਾਂਤੀ ਦੇ ਵਿੱਚ ਨਹੀਂ ਜਾਂਦਾ ਆਉਂਦੇ, ਉਹਨੂੰ ਸੁਪਨ ਅਵਸਥਾ ਬੋਲਦੇ। ਉਸ ਤੋਂ ਬਾਅਦ ਪਿਆਰਿਓ ਇੱਕ ਜਿਹੜੀ ਹੈ ਤੀਜੀ ਅਵਸਥਾ, ਉਹਨੂੰ ਸੁਖੋਪਤ ਅਵਸਥਾ ਬੋਲਦੇ ਹਨ। ਜ਼ਿਆਦਾ ਕਰਕੇ ਤਾਂ ਜਦੋਂ ਆਪਾਂ ਸੌਂਦੇ ਹਾਂ, ਕਈ ਵਾਰੀ ਸਰੀਰ ਥੱਕ ਜਾਵੇ, ਕਈ ਵਾਰੀ ਮਨ ਵੀ ਜਿਹੜਾ ਥੱਕ ਜਾਂਦਾ, ਮਨ ਵਿੱਚ ਵੀ ਕੋਈ ਵਿਚਾਰ ਨਹੀਂ ਚੱਲਦਾ, ਸਰੀਰ ਵੀ ਸੌਂ ਜਾਂਦਾ, ਮਨ ਵੀ ਸੌਂ ਜਾਂਦਾ, ਤੇ ਉਹ ਸੁਖੋਪਤ ਅਵਸਥਾ ਦੇ ਵਿੱਚ ਸਿਰਫ ਸਾਖੀ ਜਿਹੜਾ ਹੈ
ਉਹੀ ਜਾਗਰਤ ਰਹਿੰਦਾ ਹੈ। ਬਾਕੀ ਇਹ ਸਰੀਰ ਮਨ ਇੱਕਦਮ ਸ਼ਾਂਤ ਹੋ ਜਾਂਦੇ ਹਨ, ਉਹਨੂੰ ਸੁਖੋਪਤ ਅਵਸਥਾ ਬੋਲਦੇ। ਇਨਕੂ ਨੀਕੇ ਸਾਖੀ ਚੀਨੋ। ਸਤਿਗੁਰੂ ਮਹਾਰਾਜ ਕਹਿਣ ਲੱਗੇ ਤੇ ਜੋ ਸਾਖੀ ਹੈ, ਸਾਖੀ ਦਾ ਮਤਲਬ ਜੋ ਸਾਖਸ਼ੀ ਵੇਖਣ ਵਾਲਾ, ਇਹ ਤਿੰਨ ਅਵਸਥਾਵਾਂ ਜਿਹੜੀਆਂ ਇਹ ਮਨ ਦੇ ਉੱਤੇ ਘਟਦੀਆਂ। ਤੇ ਮਨ ਸਰੀਰ ਜਾਗਰਤ ਹੈ, ਮਨ ਜਿਹੜਾ ਹੈ ਉਹ ਸੌ ਜਾਂਦਾ, ਸਰੀਰ ਵੀ ਸੌ ਜਾਂਦਾ। ਸੁਖੋਪਤ ਅਵਸਥਾ ਜਿਹੜੀ ਹੈ ਉਹਨੂੰ ਵੀ ਵੇਖਣ ਵਾਲਾ ਜਿਹੜਾ ਹੈ ਉਹ ਚੌਥਾ ਹੈ, ਉਹਨੂੰ ਤੁਰੀਆ ਪਦ ਬੋਲਦੇ ਹਨ, ਉਹਨੂੰ ਚੌਥਾ ਪਦ ਬੋਲਦੇ, ਉਹਨੂੰ ਸਾਖੀ ਬੋਲਦੇ। ਜੋ ਇਹਨਾਂ ਤਿੰਨਾਂ ਅਵਸਥਾਵਾਂ ਦਾ ਸਾਖੀ ਹੈ, ਸਾਖਸ਼ੀਦਾਰ ਹੈ। ਸਦਾ ਅਲੇਪਾ ਸਭ ਤੇ ਨਿਆਰੋ। ਉਹ ਸਦਾ ਅਲੇਪ ਹੈ, ਸਾਰਿਆਂ ਤੋਂ ਉਹ ਨਿਆਰਾ ਰਹਿੰਦਾ। ਬੇਸ਼ੱਕ ਸਰੀਰ ਦੇ ਵਿੱਚ ਰਹਿੰਦਾ ਹੈ, ਜਾਗਰਤ ਦੇ ਵਿੱਚ ਵੀ ਤੇ ਸੁਪਨ ਦੇ ਵਿੱਚ ਵੀ, ਸੁਖੋਪਤ ਅਵਸਥਾ ਦੇ ਵਿੱਚ ਵੀ, ਸਾਰਿਆਂ ਦੇ ਵਿੱਚ ਰਹਿ ਕਰਕੇ ਸਭ ਕੈ ਮਦ ਅਲਿਪਤ ਹੋ ਰਹਿ। ਸਾਰਿਆਂ ਦੇ ਵਿੱਚ ਰਹਿ ਕਰਕੇ ਸਾਰਿਆਂ ਤੋਂ ਉਹ ਅਲਿਪਤ ਹੋ ਕਰਕੇ ਅਵਸਥਾ ਉਹ ਰਹਿੰਦਾ ਹੈ। ਐਸੋ ਆਪਣੋ ਰੂਪ ਨਿਹਾਰੋ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਬਾਬਾ ਲੈਣਾ ਜੀ ਇਹੋ ਜਿਹਾ ਜਿਹੜਾ ਹੈ ਆਪਣਾ ਨਿਜ ਸਰੂਪ, ਇਹ ਆਤਮਾ ਦਾ ਰੂਪ ਜਿਹੜਾ ਜਾਣਨਾ ਕਰੋ, ਜੋ ਸਾਖੀ ਹੈ ਸਾਰਿਆਂ ਤੋਂ ਪਰੇ ਹੈ। ਦੋਹਰਾ ਕਲਪਤ ਸੰਗ ਉਪਾਦ ਸੋ ਭਇਓ ਸੋ ਅਸਬਿਦ ਜਾਨ। ਅੱਗੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਇਹ ਕਲਪਤ ਭਾਵ ਕਿ ਬੇਸ਼ੱਕ ਆਤਮਾ ਤਾਂ ਜਿਹੜੀ ਹੈ ਸਾਰਿਆਂ ਤੋਂ ਨਿਆਰੀ ਹੈ, ਸਾਰਿਆਂ ਤੋਂ ਵੱਖ ਹੈ, ਸਰੀਰ ਦੇ ਵਿੱਚ ਵੀ ਨਹੀਂ ਹੁੰਦੀ ਹੈ, ਮਨ ਦੀ ਵੀ ਉਹ ਸਾਖੀ ਹੈ, ਸੁਖੋਪਤ ਅਵਸਥਾ ਦੀ ਵੀ ਉਹ ਸਾਖੀ ਹੈ। ਲੇਕਿਨ ਤੇ ਇਸ ਤਰ੍ਹਾਂ ਇੱਕ ਉਪਾਧੀ ਕਰਕੇ ਸਾਨੂੰ ਉਹ ਕਲਪਤ ਭਾਸਦੀ ਹੈ, ਭਾਵ ਕਿ ਹੈ ਸਾਰਿਆਂ ਤੋਂ ਨਿਰਲੇਪ। ਲੇਕਿਨ ਆਮ ਕੋਈ ਅਗਿਆਨੀ ਜੀਵ ਜਿਹੜਾ ਹੈ ਉਹਨੂੰ ਇੰਜ ਲੱਗਦਾ ਕਿ ਆਤਮਾ ਜਿਹੜੀ ਹੈ ਤੇ ਉਹ ਆਤਮਾ ਦਾ ਅੰਸ਼ ਸਰੀਰ ਦੇ ਕਰਕੇ ਜੁੜਿਆ ਹੋਇਆ, ਮਨ ਦੇ ਵਿੱਚ ਆਤਮਾ ਹੈ। ਤੇ ਕਈ ਵਾਰੀ ਆਪਾਂ ਕਹਿੰਦੇ ਨਾ ਜੀ ਉਹ ਸਰੀਰ ਦੇ ਵਿੱਚ ਹੈ ਜੀ ਪ੍ਰਮਾਤਮਾ, ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਉਹ ਹਿਰਦੇ ਦੇ ਵਿੱਚ ਹੈ, ਉਹ ਮਨ ਦੇ ਵਿੱਚ ਹੈ, ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਭਾਈ ਉਹ ਸਾਰਿਆਂ ਤੋਂ ਪਰੇ ਹੈ ਉਹ ਸਾਰਿਆਂ ਤੋਂ ਪਰੇ। ਲੇਕਿਨ ਸਾਨੂੰ ਇਹਦੇ ਵਿੱਚ ਕਲਪਤ ਭਾਸਦੀ ਹੈ। ਉਹ ਕਿਸ ਤਰ੍ਹਾਂ ਭਾਸਦੀ? ਅੱਗੇ ਮਹਾਰਾਜ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ। ਜਪਾ ਪ੍ਰਸੂਨ ਸੋ ਫਟਕ ਕੋ ਅਰੁਣ ਹੋਤ ਤਿਉ ਮਾਨ। ਇੱਕ ਪਿਆਰਿਓ ਜਾਫਾ ਜਿਹੜਾ ਹੈ ਇੱਕ ਫੁੱਲ ਹੁੰਦਾ, ਖਾਸ ਕਰਕੇ ਗੁੜਹਲ ਦਾ ਜਿਹਨੂੰ ਫੁੱਲ ਬੋਲਦੇ। ਆਮ ਘਰਾਂ ਦੇ ਵਿੱਚ ਵੀ ਕਈਆਂ ਦੇ ਆਪ ਜੀ ਵੇਖੋਗੇ ਤੇ ਜ਼ਿਆਦਾ ਕਰਕੇ ਇੱਕ ਇਹ ਦ੍ਰਿਸ਼ਟਾਂਤ ਦਿੱਤਾ ਕਿ ਇਹ ਫੁੱਲ ਜਿਹੜਾ ਲਾਲ ਰੰਗ ਦਾ ਫੁੱਲ ਹੁੰਦਾ ਤੇ ਜਿਹੜਾ ਸਫਟਿਕ ਮਨੀ ਜਿਹੜੀ ਹੁੰਦੀ ਹੈ, ਭਾਵ ਕਿ ਕੁਝ ਬਿਲੌਰ ਜਿਹੜਾ ਫਟਕ ਜਿਹਨੂੰ ਆਪਾਂ ਬੋਲਦੇ ਹਾਂ, ਸ਼ੀਸ਼ਾ ਤੇ ਜਿਹਨੂੰ ਪ੍ਰਿਜ਼ਮ ਆਦਿਕ ਤੁਸੀਂ ਬੋਲ ਸਕਦੇ ਹੋ। ਤੇ ਉਦੋਂ ਕੀ ਕਰਨਾ ਕਰੋ, ਉਹ ਫਟਕ ਮਨੀ ਜਿਹੜਾ ਉਹਦਾ ਪਿਆਰਿਓ ਕੋਈ ਰੰਗ ਨਹੀਂ ਹੁੰਦਾ, ਉਹਦਾ ਕੋਈ ਰੂਪ ਨਹੀਂ ਹੁੰਦਾ, ਕੱਚ ਵਰਗਾ ਉਹ ਸ਼ੀਸ਼ੇ ਵਰਗਾ ਹੁੰਦਾ। ਲੇਕਿਨ ਤੁਸੀਂ ਕੀ ਕਰਨਾ ਕਰੋ, ਉਹ ਗੁੜਹਲ ਦਾ ਫੁੱਲ ਜਾਂ ਭਾਵੇਂ ਲਾਲ ਰੰਗ ਦਾ ਕੋਈ ਫੁੱਲ ਲਿਆ ਕਰਕੇ ਉਹ ਫਟਕ ਮਣੀ ਦੇ ਕੋਲ ਉਹਦੇ ਲਾਗੇ ਜਾ ਕਰਕੇ ਰੱਖ ਦਿਓ ਤੇ ਇੰਜ ਭਾਸਦਾ ਹੈ ਕਿ ਉਹ ਫਟਕ ਜਿਹੜਾ ਲਾਲ ਰੰਗ ਦਾ ਕਰਕੇ। ਜੇ ਪਿਆਰਿਓ ਲਾਲ ਰੰਗ ਦਾ ਫੁੱਲ ਹਟਾ ਦਿਓ ਫਿਰ ਉਹਦਾ ਕੋਈ ਰੰਗ ਨਹੀਂ ਹੈ, ਰੰਗ ਚੱਲ ਜਾਂਦਾ। ਫਿਰ ਕੋਈ ਪੀਲਾ ਰੰਗ ਦਾ ਫੁੱਲ ਲਿਆ ਕਰਕੇ ਉਹਦੇ ਲਾਗੇ ਰੱਖ ਦਿਓ ਤੇ ਉਹ ਫਟਕ ਮਣੀ ਜਿਹੜਾ ਹੈ ਉਹ ਫਿਰ ਪੀਲੇ ਰੰਗ ਦਾ ਨਜ਼ਰ ਆਵੇਗਾ। ਹਰੇ ਪੱਤੇ ਲਿਆ ਕਰਕੇ ਉਹਦੇ ਲਾਗੇ ਅੰਦਰ ਹਰਾ ਰੰਗ ਆ ਗਿਆ। ਲੇਕਿਨ ਅਸਲ ਦੇ ਵਿੱਚ ਪਿਆਰਿਓ ਜਿਹੜਾ ਫਟਕ ਹੁੰਦਾ, ਫਟਕ ਦਾ ਕੋਈ ਰੰਗ ਨਹੀਂ ਹੁੰਦਾ, ਕੋਈ ਰੂਪ ਨਹੀਂ। ਰੂਪ ਹੁੰਦਾ ਲੇਕਿਨ ਉਹਦਾ ਆਪਣਾ ਅਸਲ ਦੇ ਵਿੱਚ ਕੋਈ ਰੰਗ ਨਹੀਂ ਹੁੰਦਾ। ਹਾਂ, ਜਿਹੜੇ ਰੰਗ ਦੇ ਨਾਲ ਉਹਨੂੰ ਜੋੜ ਦਿਓ ਉਹ ਰੰਗ ਜਿਹੜਾ ਹੈ ਉਹਦੇ ਵਰਗਾ ਹੀ ਉਹ ਭਾਸਦਾ ਹੈ। ਭਾਵ ਕਿ ਲਾਲ ਰੰਗ ਜਿਹੜਾ ਲਿਆ ਕਰਕੇ ਰੱਖ ਦਿਓ ਉਹ ਲਾਲ ਰੰਗ ਦਾ ਭਾਸੇਗਾ। ਕਾਲਾ ਰੰਗ ਲਿਆ ਕਰਕੇ ਉਹਦੇ ਲਾਗੇ ਰੱਖ ਦਿਓ, ਫਟਕ ਜਿਹੜਾ ਤੁਹਾਨੂੰ ਕਾਲੇ ਰੰਗ ਦਾ ਭਾਸੇਗਾ। ਇੰਜ ਲੱਗੇਗਾ ਕਿ ਫਟਕ ਜਿਹੜਾ ਭਈ ਕਾਲਾ ਹੋ ਗਿਆ, ਲੇਕਿਨ ਉਹਦਾ ਕੋਈ ਰੰਗ ਨਹੀਂ ਹੁੰਦਾ। ਇਸ ਤਰ੍ਹਾਂ ਹੀ ਜੋ ਆਤਮਾ ਜਿਹੜੀ ਹੈ ਤਾਂ ਆਤਮਾ ਸਾਰਿਆਂ ਤੋਂ ਪਰੇ ਹੈ, ਲੇਕਿਨ ਸਰੀਰ ਦੀ ਜਦੋਂ ਨੇੜਤਾ ਹੁੰਦੀ ਹੈ ਇੰਜ ਲੱਗਦਾ ਕਿ ਭਾਈ ਸਰੀਰ ਤੇ ਆਤਮਾ ਇੱਕ ਹੈ।
ਕਈ ਵਾਰੀ ਮਨ ਦੀ ਜਦੋਂ ਨੇੜਤਾ ਹੋ ਜਾਵੇ ਲੱਗਦਾ ਕਿ ਭਾਈ ਮਨ ਤੇ ਆਤਮਾ ਇੱਕ ਹੈ, ਇਹਦੇ ਵਿੱਚ ਕੋਈ ਫਰਕ ਨਹੀਂ ਹੈ। ਲੇਕਿਨ ਹੁੰਦੀ ਪਿਆਰਿਓ ਆਤਮਾ ਸਾਰਿਆਂ ਤੋਂ ਨਿਆਰੀ ਹੈ। ਫਟਕ ਦਾ ਜਿਸ ਤਰ੍ਹਾਂ ਕੋਈ ਰੰਗ ਨਹੀਂ ਹੁੰਦਾ, ਜਿਹੋ ਜਿਹਾ ਰੰਗ ਉਹਦੇ ਲਾਗੇ ਰੱਖ ਦਿਓ ਉਹੋ ਜਿਹੇ ਰੰਗ ਦਾ ਉਹ ਭਾਸਦਾ ਹੈ। ਇਸ ਤਰ੍ਹਾਂ ਹੀ ਆਤਮਾ ਦਾ ਵੀ ਪਿਆਰਿਓ ਕੋਈ ਚੱਕਰ ਚਿਹਨ ਨਹੀਂ ਹੈ। ਜਿਹੜੇ ਵੀ ਚੱਕਰ ਚਿਹਨ ਦੇ ਲਾਗੇ ਰੱਖ ਦਿਓ ਉਸ ਤਰ੍ਹਾਂ ਉਹ ਕਲਪਿਤ ਭਾਸਦਾ ਹੈ। ਚੌਪਈ ਪੰਚੀਕਰਨ ਪੰਚ ਤਤ ਜੋਈ। ਅੱਗੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਜੋ ਪੰਜੀ ਪ੍ਰਕਿਰਤੀਆਂ ਹਨ ਪੰਜ ਤੱਤ ਦੀਆਂ ਬਣੀਆਂ ਹੋਈਆਂ। ਅੰਤఃਕਰਨ ਉਪਾਏ ਸੋਈ। ਉਹਨੇ ਫਿਰ ਪਹਿਲੇ ਪੰਜ ਤੱਤ ਸਨ ਤੇ ਪੰਜ ਇੱਕ ਇੱਕ ਤੱਤ ਅੱਗੇ ਪੰਜ ਹਿੱਸਿਆਂ ਦੇ ਵਿੱਚ ਜਦੋਂ ਵੰਡਿਆ ਗਿਆ ਤੇ ਉਹ ਤੋਂ ਫਿਰ ਕੀ ਬਣ ਗਿਆ, ਪੰਜੀ ਪ੍ਰਕਿਰਤੀਆਂ ਬਣ ਗਈਆਂ ਤੇ ਪੰਜ ਤੱਤ ਕਰਕੇ ਪੰਜੀ ਪ੍ਰਕਿਰਤੀਆਂ, ਪੰਜੀ ਪ੍ਰਕਿਰਤੀਆਂ ਦੇ ਨਾਲ ਇਹ ਅੰਤঃਕਰਨ ਬਣਦਾ। ਚਤੁਰ ਬ੍ਰਿਤ ਵੈ ਤਾਹਿ ਮਝਾਰਾ। ਅੰਤঃਕਰਨ ਜਿਹੜਾ ਪਿਆਰਿਓ ਅੰਤঃਕਰਨ ਵੀ ਚਾਰ ਤਰ੍ਹਾਂ ਦਾ ਹੈ, ਭਾਵ ਕਿ ਮਨ, ਚਿੱਤ, ਬੁੱਧ, ਅਹੰਕਾਰ। ਇਹਨੂੰ ਚਾਰ ਨੂੰ ਜਦੋਂ ਜੋੜਦੇ ਆ ਤੇ ਇਹਨੂੰ ਚਤੁਸ਼ਟੈ ਅੰਤਿਕ ਅੰਤঃਕਰਨ ਬੋਲਦੇ ਹਨ। ਹੈ ਇਹ ਚਾਰ ਤੇ ਇਹਨੂੰ ਚਤੁਸ਼ਟਾ ਅੰਤঃਕਰਨ ਕਿਹਾ ਜਾਂਦਾ। ਤਾਂ ਤੇ ਹੋਏ ਸੋ ਚਾਰ ਪ੍ਰਕਾਰ। ਸਤਿਗੁਰੂ ਮਹਾਰਾਜ ਕਹਿਣ ਲੱਗੇ ਅੰਤঃਕਰਨ ਵੀ ਅੱਗੇ ਜਿਹੜਾ ਚਾਰ ਤਰ੍ਹਾਂ ਦਾ, ਚਾਰ ਪ੍ਰਕਾਰ ਦਾ ਹੈ। ਮਨ, ਬੁੱਧ, ਚਿੱਤ, ਹੰਕਾਰ ਤਹਿ ਨਾਮਾ। ਮਨ ਹੈ, ਬੁੱਧ ਹੈ, ਚਿੱਤ ਹੈ ਤੇ ਇਹ ਅਹੰਕਾਰ। ਇਹ ਚਾਰ ਜਿਹੜੇ ਹਨ ਤੇ ਇਹਨੂੰ ਚਤੁਸ਼ਟੈ ਅੰਤঃਕਰਨ ਕਿਹਾ ਜਾਂਦਾ। ਤਿੰਨ ਤੇ ਪਰ ਲਖ ਆਤਮ ਰਾਮ। ਇਹਨਾਂ ਤੋਂ ਆਤਮ ਰਾਮ ਜੋ ਹੈ, ਆਤਮਾ ਜਿਹੜੀ ਹੈ ਇਹ ਤੋਂ ਪਰੇ ਜਾਣਨਾ ਕਰੋ ਕਿ ਇਹ ਨਹੀਂ ਕਹਿਣਾ ਕਿ ਭਾਈ ਆਤਮਾ ਜੋ ਹੈ ਮਨ ਵਿੱਚ ਹੈ, ਚਿੱਤ ਵਿੱਚ ਹੈ, ਬੁੱਧੀ ਦੇ ਵਿੱਚ ਹੈ, ਅਹੰਕਾਰ ਦੇ ਵਿੱਚ ਹੈ। ਨਹੀਂ, ਸਤਿਗੁਰੂ ਮਹਾਰਾਜ ਕਹਿੰਦੇ ਪੰਜ ਤੱਤ। ਪੰਜ ਤੱਤ ਤੋਂ ਪੰਜੀ ਪ੍ਰਕਿਰਤੀਆਂ ਬਣ ਗਈਆਂ, ਪੰਜੀ ਪ੍ਰਕਿਰਤੀਆਂ ਤੋਂ ਚਤੁਸ਼ਟਾ ਅੰਤঃਕਰਨ ਬਣ ਗਿਆ ਤੇ ਆਤਮਾ ਜਿਹੜੀ ਹੈ ਇਹ ਤੋਂ ਵੀ ਪਰੇ ਹੈ। ਸਤਗੁਣ ਅੰਤঃਕਰਨ ਜੋ ਮਾਹੀ। ਸਤਿਗੁਰੂ ਜੀ ਕਹਿਣ ਲੱਗੇ ਜੋ ਅੰਤঃਕਰਨ ਦੇ ਵਿੱਚ ਜੋ ਸਤੋ ਗੁਣ ਹਨ, ਚੇਤਨ ਕੋ ਪ੍ਰਤਿਬਿੰਬ ਤਹਾਹੀ। ਜੋ ਚੇਤਨ ਜਿਹੜੀ ਆ ਆਤਮਾ ਦਾ ਜੋ ਪ੍ਰਤੀਬਿੰਬ ਜਿਹੜਾ ਸਤ ਗੁਣ ਦੇ ਉੱਤੇ, ਉਹਦਾ ਅੰਤঃਕਰਨ ਦੇ ਉੱਤੇ ਉਹਦਾ ਪ੍ਰਤੀਬਿੰਬ ਪੈਂਦਾ, ਉਹਦਾ ਅਕਸ ਪੈਂਦਾ, ਉਹਦੀ ਸ਼ਕਤੀ ਪੈਂਦੀ ਹੈ। ਜਿਸ ਤਰ੍ਹਾਂ ਕਿ ਪਿਆਰਿਓ ਇਹਨੂੰ ਜੇ ਸਮਝਣਾ ਹੋਵੇ ਤੇ ਆਪ ਜੀ ਦੇਖਣਾ ਕਰੋ ਕਿ ਆ ਦੇਖੋ ਫਾਨੂਸ ਲੱਗਿਆ ਹੋਇਆ, ਭਾਵ ਕਿ ਝੁੰਮਰ ਲੱਗੇ ਹੋਏ ਹਨ, ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪ੍ਰਿਜ਼ਮ ਵੀ ਲੱਗੇ ਹੋਏ, ਬਹੁਤ ਸਾਰੇ ਬਲਬ ਗੋਲੇ ਆਦਿਕ ਲੱਗੇ ਹੋਏ ਹੈ, ਸਾਰੇ ਲੱਗੇ ਹੋਏ ਹਨ, ਲੱਗਿਆ ਹੋਇਆ ਹੈ। ਲੇਕਿਨ ਜਦੋਂ ਤੱਕ ਉਹਦੇ ਵਿੱਚ ਬਿਜਲੀ ਨਾ ਜੋੜੋ ਉਹ ਨਹੀਂ ਚੱਲੇਗਾ। ਇੱਕ ਵਾਰੀ ਪਿਆਰਿਓ ਉਹਨੂੰ ਬਿਜਲੀ ਜੋੜ ਦਿਓ, ਬਿਜਲੀ ਦਾ ਕਨੈਕਸ਼ਨ ਦੇ ਦਿਓ, ਜਦੋਂ ਬਿਜਲੀ ਦਾ ਅਕਸ ਉਹਦੇ ਵਿੱਚ ਪੈ ਜਾਵੇਗਾ ਉਹ ਜੜ ਨਹੀਂ ਰਹਿ ਜਾਵੇਗਾ, ਚੇਤਨ ਬਣ ਜਾਵੇਗਾ, ਉਹ ਪ੍ਰਕਾਸ਼ਮਾਨ ਹੋ ਜਾਵੇਗਾ। ਲੇਕਿਨ ਬਿਜਲੀ ਪਿਆਰਿਓ ਇਹਦੇ ਵਿੱਚੋਂ ਵੱਖਰੀ ਹੈ, ਬਿਜਲੀ ਦਾ ਤੇ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲੇਕਿਨ ਇਹ ਸਭ ਜਿਹੜੇ ਯੰਤਰ ਚੱਲਦੇ ਨਾ ਬਿਜਲੀ ਕਰਕੇ ਚੱਲਦੇ, ਲੇਕਿਨ ਬਿਜਲੀ ਦਾ ਕਨੈਕਸ਼ਨ ਇਹਦੇ ਵਿੱਚੋਂ ਹਟਾ ਦਿਓ ਤੇ ਇਹ ਮਿਰਤ ਵਾਂਗੂ ਹਨ, ਇਹ ਮੂਹੇ ਵਾਂਗੂ ਹਨ। ਇਸ ਤਰ੍ਹਾਂ ਹੀ ਸਾਡਾ ਜਿਹੜਾ ਸਰੀਰ ਹੈ, ਸਾਡਾ ਜਿਹੜਾ ਮਨ ਹੈ, ਚਤੁਸ਼ਟਾ ਅੰਤঃਕਰਨ ਹੈ ਪਿਆਰਿਓ, ਇਹ ਮਿਰਤ ਵਾਂਗੂ ਹੈ, ਇਹਦੀ ਆਪਣੀ ਕੋਈ ਸੱਤਾ ਨਹੀਂ ਹੈ। ਲੇਕਿਨ ਜਦੋਂ ਤੱਕ ਆਤਮਾ ਦਾ ਪ੍ਰਕਾਸ਼ ਇਹਦੇ ਅੰਦਰ ਪੈਂਦਾ, ਭਾਵ ਕਿ ਆਤਮਾ ਦਾ ਕਰੰਟ ਇਹਦੇ ਅੰਦਰ ਲੱਗਦਾ, ਉਦੋਂ ਤੱਕ ਇਹ ਸਰੀਰ, ਇਹ ਮਨ ਜਿਹੜਾ ਚੱਲਦਾ। ਇੱਕ ਵਾਰੀ ਪਿਆਰਿਓ ਉਹ ਆਤਮਾ ਦੀ ਊਰਜਾ ਹਟ ਜਾਵੇ, ਸਰੀਰ ਜਿਹੜਾ ਹੈ ਉਹ ਤਾਂ ਮਿੱਟੀ ਦਾ ਲੌਂਦਾ ਬਣ ਜਾਵੇਗਾ। ਜਿਨ ਕੇ ਸ਼ੁੱਧ ਹੋਤ ਸੋ ਦੇਖੈ। ਮਹਾਰਾਜ ਜੀ ਨੇ ਕਿਹਾ ਕਿ ਬਾਬਾ ਲੈਣਾ ਜੀ ਜਿਨ੍ਹਾਂ ਦਾ ਮਨ ਸ਼ੁੱਧ ਹੋ ਜਾਵੇ, ਜਿਨ੍ਹਾਂ ਦਾ ਅੰਤਸ਼ਕਰਨ ਸ਼ੁੱਧ ਹੋ ਜਾਂਦਾ, ਉਹੀ ਤੱਕਦੇ ਹਨ ਕਿ ਆਤਮਾ ਜਿਹੜੀ ਹੈ ਉਹ ਸਾਰਿਆਂ ਤੋਂ ਪਰੇ ਹੈ। ਬਿਖਤ ਨਾ ਸੇ ਜਿਨ ਮਲਿਨ ਵਿਸ਼ੇਖ ਹੈ। ਜਿਨ੍ਹਾਂ ਦਾ ਮਨ ਮਲ ਦੇ ਨਾਲ ਭਰਿਆ ਹੋਇਆ ਹੈ, ਅਹੰਕਾਰ ਦੇ ਨਾਲ, ਈਰਖਾ ਦਵੈਖ ਦੇ ਨਾਲ ਭਰਿਆ ਹੋਇਆ, ਇਹੋ ਜਿਹੇ ਮਲ ਦੇ ਨਾਲ ਭਰੇ ਹੋਏ ਵਿਅਕਤੀ ਉਸ ਆਤਮਾ ਨੂੰ, ਉਸ ਪਰਮਾਤਮਾ ਦੇ ਉਹ ਦਰਸ਼ਨ ਨਹੀਂ ਕਰ ਸਕਦੇ। ਸੋ
ਨਿਜ ਰੂਪ ਭੂਲ ਨਰ ਸਾਰੇ। ਉਹ ਜਿਹੜੇ ਮਨੁੱਖ ਹਨ ਆਪਣੇ ਨਿਜ ਸਰੂਪ ਤੋਂ ਉਹ ਵਾਂਝੇ ਰਹਿ ਜਾਂਦੇ ਹਨ, ਭੁੱਲ ਜਾਂਦੇ ਹਨ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰਾ ਨਿਜ ਰੂਪ ਕੀ ਹੈ। ਆਮ ਆਦਮੀ ਕਹਿੰਦਾ ਕਿ ਭਾਈ ਮੈਂ ਸਰੀਰ ਆ। ਕੋਈ ਬੁੱਧੀਮਾਨ ਵਿਅਕਤੀ ਕਹੇਗਾ ਕਿ ਭਾਈ ਬੌਧਿਕ ਵਿਕਾਸ ਹੀ ਮੇਰਾ ਜੀਵਨ ਹੈ। ਕੋਈ ਮਨ ਦੇ ਵਿੱਚ ਵਾਸ਼ਨਾ ਦੇ ਵਿੱਚ ਰਹਿਣ ਵਾਲਾ ਉਹ ਕਹੇਗਾ ਕਿ ਭਾਈ ਵਾਸ਼ਨਾ ਹੀ ਮੇਰਾ ਜੀਵਨ ਹੈ। ਲੇਕਿਨ ਜੀਵ ਜਿਹੜਾ ਆਤਮਾ ਇਹ ਸਾਰਿਆਂ ਤੋਂ ਪਰੇ ਹੈ। ਜੀਵ ਅਲਪਗ ਆਪ ਨਿਰਧਾਰੇ। ਤੇ ਅਲਪਗ ਜੀਵ ਜਿਹੜਾ ਹੈ ਆਪ ਫਿਰ ਇਹ ਨਿਰਧਾਰਨ ਕਰਦਾ। ਫਿਰ ਤਰ੍ਹਾਂ ਤਰ੍ਹਾਂ ਦੀ ਉਹ ਉਪਾਧੀ ਜਿਹੜੀ ਹੈ ਉਹ ਕਲਪਨਾ ਕਰ ਲੈਂਦਾ। ਕੋਈ ਕਹਿੰਦਾ ਕਿ ਭਾਈ ਸਰੀਰ ਹੀ ਸਭ ਕੁਝ ਹੈ, ਕੋਈ ਕਹਿੰਦਾ ਮਨ ਹੈ। ਤੇ ਕਈ ਨਾਸਤਕ ਬਿਰਤੀ ਵਾਲੇ ਪਿਆਰਿਓ ਉਹ ਕਹਿ ਦਿੰਦੇ ਹਨ ਕੋਈ ਰੱਬ ਨਹੀਂ ਹੈ, ਕੋਈ ਪ੍ਰਮਾਤਮਾ ਨਹੀਂ ਹੈ, ਬਸ ਸਭ ਇੱਕ ਖੇਡ ਚੱਲ ਰਿਹਾ, ਇੱਕ ਸੰਯੋਗ ਵਸਾਦ ਜਿਹੜਾ ਸਾਰਾ ਸੰਸਾਰ ਚੱਲ ਰਿਹਾ ਹੈ। ਉਹ ਪ੍ਰਮਾਤਮਾ ਨੂੰ ਵੀ ਨਹੀਂ ਮੰਨਦੇ ਹਨ। ਜਾਂ ਤੇ ਤੀਨ ਤਨਹਿ ਕੋ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੇ ਬਚਨ ਕਰਨਾ ਕੀਤਾ ਕਿ ਇਹ ਇਸ ਕਰਕੇ ਤਿੰਨ ਤਰ੍ਹਾਂ ਦਾ ਸਰੀਰ ਜਿਹੜਾ ਹੁੰਦਾ ਨਾ ਪਿਆਰਿਓ, ਉਹ ਅਸਲ ਦੇ ਵਿੱਚ ਤਿੰਨ ਤਰ੍ਹਾਂ ਦਾ ਸਰੀਰ ਸਾਡਾ ਹੁੰਦਾ ਹੈ। ਉਹ ਕਿਹੜਾ ਹੈ? ਸਤਿਗੁਰੂ ਮਹਾਰਾਜ ਜੀ ਦੱਸਦੇ ਹਨ ਵਾਰ ਵਾਰ ਜਦ ਆਵਹਿ ਜਾਏ। ਇਹ ਵਾਰ ਵਾਰ ਇਹ ਤਿੰਨ ਤਰ੍ਹਾਂ ਦਾ ਸਰੀਰ ਜਿਹੜਾ ਹੈ, ਇਹ ਤਿੰਨ ਤਰ੍ਹਾਂ ਦਾ ਸਰੀਰ ਹੀ ਹੈ। ਮਰਦਾ, ਇਹ ਆਉਂਦਾ ਤੇ ਇਹ ਜਾਂਦਾ। ਇੱਕ ਸਥੂਲ ਜੋ ਵਹਿਰ ਸਰੀਰ। ਸਭ ਤੋਂ ਪਹਿਲੀ ਗੱਲ ਹੈ ਕਿ ਸਾਡਾ ਜਿਹੜਾ ਅਸਥੂਲ ਸਰੀਰ ਹੈ, ਭਾਵ ਕਿ ਇਹ ਪੰਜ ਤੱਤਾਂ ਦਾ ਨਾਲ ਬਣਿਆ ਹੋਇਆ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਇਹ ਪੰਜ ਤੱਤਾਂ ਦਾ ਜਿਹੜਾ ਸਰੀਰ ਹੈ, ਤੇ ਮਹਾਰਾਜ ਜੀ ਨੇ ਕਿਹਾ ਇਹ ਸਭ ਤੋਂ ਪਹਿਲਾ ਇਹ ਬਾਹਰੀ ਸਰੀਰ ਹੈ। ਜਹ ਮਹਿ ਹੰਤਰ ਅਵਤਰ ਪਾਵਹਿ ਪੀਰਾ। ਇਹਦੇ ਵਿੱਚ ਬੰਦਾ ਜਦੋਂ ਅਹੰਕਾਰ ਆਪਣਾ ਹੋਣਾ ਜਦੋਂ ਇਹਦੇ ਵਿੱਚ ਕਲਪਿਤ ਕਰਦਾ ਕਿ ਭਾਈ ਮੈਂ ਸਰੀਰ ਹਾਂ, ਫਿਰ ਪਿਆਰਿਓ ਇਹਨੂੰ ਪੀੜਾ ਲੱਗਦੀ ਹੈ। ਭਾਵ ਕਿ ਜਦੋਂ ਕੋਈ ਕਵੇ ਜੀ ਮੈਂ ਸਰੀਰ ਹਾਂ, ਇਹ ਸਰੀਰ ਹੀ ਮੈਂ ਹਾਂ, ਸਰੀਰ ਕਰਕੇ ਹੀ ਮੈਂ ਹਾਂ, ਤਾਂ ਉਹਨੂੰ ਤਰ੍ਹਾਂ ਤਰ੍ਹਾਂ ਦੀ ਪੀੜਾ ਲੱਗਦੀ ਹੈ। ਸਰੀਰ ਦੇ ਵਿੱਚ ਕੋਈ ਦੁੱਖ ਲੱਗ ਜਾਵੇ, ਉਹ ਇੱਕਦਮ ਕੁੜਲਾ ਉੱਠਦੇ ਕਿ ਭਾਈ ਮੈਨੂੰ ਪੀੜਾ ਲੱਗ ਗਈ ਹੈ, ਮੇਰਾ ਸਰੀਰ ਪੀੜ ਕਰ ਰਿਹਾ। ਇਹ ਨਹੀਂ ਕਹਿੰਦੇ ਕਿ ਮੈਨੂੰ ਪੀੜਾ ਹੋ ਰਹੀ, ਕਿਉਂਕਿ ਉਹਨਾਂ ਨੇ ਸਰੀਰ ਨੂੰ ਹੀ ਸਭ ਕੁਝ ਸਮਝ ਲਿਆ। ਲਿੰਗ ਸਰੀਰ ਦੂਸਰਾ ਜੋਈ। ਅੱਗੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਇਹ ਪੰਜ ਤੱਤਾਂ ਦਾ ਇਹ ਭੌਤਿਕ ਸਰੀਰ ਹੈ। ਇਹ ਤੋਂ ਬਾਅਦ ਦੂਜਾ ਸਰੀਰ ਜਿਹੜਾ ਉਹਨੂੰ ਲਿੰਗ ਸਰੀਰ ਕਿਹਾ ਜਾਂਦਾ। ਤਹ ਸਰੂਪ ਵਰਨੋ ਸੁਨ ਸੋਈ। ਉਹਦਾ ਸਰੂਪ ਜਿਹੜਾ ਉਹ ਲਿੰਗ ਸਰੂਪ ਦਾ, ਉਹਦਾ ਲਿੰਗ ਸਰੂਪ ਕਿਸ ਤਰ੍ਹਾਂ ਹੈ? ਉਹ ਕਿ 10 ਇੰਦਰੀਆਂ ਜੋ ਹਨ, 5 ਗਿਆਨ ਇੰਦਰੇ ਤੇ 5 ਜਿਹੜੇ ਕਰਮ ਇੰਦਰੇ ਹਨ। ਪੰਜ ਭੂਤ ਤਨ ਮਾਤਰਾ ਜਾਨਾ। ਤੇ ਨਾਲ 5 ਭੂਤ ਜੋ ਹੈ ਤਨ ਮਾਤਰਾ, ਭਾਵ ਕਿ 5 ਵਿਕਾਰ ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਹੁਣ ਇਹ ਹੋ ਗਏ 15। ਮਨ ਬੁੱਧ 17 ਤਤ ਜੋ ਇਹੀ। ਤੇ ਨਾਲ ਇੱਕ ਤਾਂ ਮਨ ਹੋ ਗਿਆ ਤੇ ਦੂਜਾ ਬੁੱਧ ਹੋ ਗਈ ਹੈ। ਇਹ 17 ਇਹ ਸੂਖਸ਼ਮ ਤੱਤ ਜਿਹੜੇ ਹਨ, ਇਹਨਾਂ 17 ਸੂਖਸ਼ਮ ਤੱਤਾਂ ਦੇ ਨਾਲ ਇਨਕੀ ਹੋਤ ਭਈ ਲਿੰਗ ਦੇਹੀ। ਸਤਿਗੁਰੂ ਜੀ ਕਹਿਣ ਲੱਗੇ ਇਹਨਾਂ 17 ਤੱਤਾਂ ਦੇ ਨਾਲ ਲਿੰਗ ਸਰੀਰ ਜਿਹੜਾ ਹੈ ਇਹ ਬਣਦਾ ਹੈ। ਅਸਲ ਦੇ ਵਿੱਚ ਪਿਆਰਿਓ ਇਹਨੂੰ ਸਮਝਣ ਦੇ ਵਾਸਤੇ ਕਿ ਸਾਡਾ ਜਿਹੜਾ ਸਰੀਰ ਜਿਹੜਾ 5 ਇਹਦੇ ਅੰਦਰ ਤੱਤ ਹਨ, 5 ਤੱਤ। ਤੇ ਜਿਹੜਾ ਮਿੱਟੀ ਹੋ ਗਿਆ, ਤੇ ਨਾਲ ਜਿਹੜਾ ਪਾਣੀ ਹੋ ਗਿਆ, ਆਕਾਸ਼ ਹੋ ਗਿਆ ਹੈ, ਤੇ ਵਾਯੂ ਹੋਈ ਹੈ, ਤੇ ਅੱਗ ਹੋਈ ਹੈ। ਇਹਨਾਂ 5 ਤੱਤਾਂ ਦੇ ਵਿੱਚ ਪਿਆਰਿਓ 2 ਤੱਤ ਜਿਹੜੇ ਹਨ, 2 ਤੱਤ ਉਹ ਤੱਤ ਸਥੂਲ ਹਨ। ਇੱਕ ਤਾਂ ਜੜ, ਇਹ ਜੜ ਤੱਤ ਹਨ। ਇੱਕ ਤਾਂ ਮਿੱਟੀ ਹੈ ਤੇ ਦੂਜਾ ਪਾਣੀ। ਸਰੀਰ ਦੇ ਵਿੱਚ ਪਿਆਰਿਓ 73% ਜਿਹੜਾ 75% ਦੇ ਕਰੀਬ ਪਾਣੀ ਭਰਿਆ ਹੋਇਆ। ਫਿਰ ਬਾਕੀ ਦਾ ਜਿਹੜਾ ਸਰੀਰ ਜਿਹੜਾ ਹੈ ਉਹ ਮਿੱਟੀ ਦੇ ਨਾਲ, ਠੋਸ ਵਸਤੂ ਦੇ ਨਾਲ ਉਹ ਬਣਿਆ ਹੋਇਆ ਹੈ। ਉਸ ਤੋਂ ਬਾਅਦ 3 ਜਿਹੜੇ ਤੱਤ ਜਿਹੜੇ ਹਨ, ਇੱਕ ਹਵਾ ਹੋ ਗਿਆ,
ਦੂਜਾ ਆਕਾਸ਼ ਹੋਇਆ ਹੈ, ਤੇ ਤੀਜਾ ਜਿਹੜਾ ਪਿਆਰਿਓ ਅੱਗ ਹੈ। ਅੱਗ ਦਾ ਮਤਲਬ ਗਰਮਾਇਸ਼। ਇਹ ਤਿੰਨ ਤੱਤ ਜਿਹੜੇ ਨਾ ਪਿਆਰਿਓ ਇਹਨੂੰ ਆਪਾਂ ਨਹੀਂ ਵੇਖ ਸਕਦੇ ਹਾਂ ਇਹਦੇ ਵਿੱਚ ਇਹ ਦੋ ਤੱਤ ਐਡ ਕਰ ਦਿਓ, ਭਾਵ ਕਿ 100% ਜਿਹੜਾ ਇਹ ਸਰੀਰ ਜਿਹੜਾ ਹੈ ਤੇ ਇਹ ਸਰੀਰ ਮਿੱਟੀ ਤੇ ਪਾਣੀ ਦੇ ਨਾਲ ਬਣਿਆ। ਜੇ ਮਿੱਟੀ ਤੇ ਪਾਣੀ ਨੂੰ ਹਟਾ ਦਿਓ ਤੇ ਆਪ ਜੀ ਦੇਖੋ ਅੱਗ ਨੂੰ ਸਿਰਫ ਮਹਿਸੂਸ ਕਰ ਸਕਦੇ ਹੋ। ਅੱਗ ਦਾ ਮਤਲਬ ਜਿਸ ਤਰ੍ਹਾਂ ਲਾਟਾਂ ਬਲਦੀਆਂ ਇਸ ਤਰ੍ਹਾਂ ਅੱਗ ਨਹੀਂ ਹੈ। ਅੱਗ ਦਾ ਮਤਲਬ ਤਪਸ਼। ਤੇ ਉਸ ਤੋਂ ਬਾਅਦ ਜਿਹੜਾ ਆਕਾਸ਼ ਹੋ ਗਿਆ, ਵਾਯੂ ਹੋ ਗਈ ਹੈ। ਵਾਯੂ ਨੂੰ ਵੀ ਆਪਾਂ ਵੇਖ ਨਹੀਂ ਸਕਦੇ ਹਾਂ, ਅੱਗ ਨੂੰ ਵੀ ਵੇਖ ਨਹੀਂ ਸਕਦੇ ਹਾਂ, ਤਪਸ਼ ਜਿਹੜਾ ਇਹਨੂੰ ਵੀ ਆਪਾਂ ਵੇਖ ਨਹੀਂ ਸਕਦੇ। ਇਹ ਤਿੰਨ ਤੱਤ ਹੁੰਦੇ, ਬਾਕੀ ਦਾ ਪੂਰਾ ਸਰੀਰ ਜਿਹੜਾ ਇਸ ਤਰ੍ਹਾਂ ਦਾ ਹੀ ਹੁੰਦਾ। ਕਈ ਵਾਰੀ ਜਿਹਨੂੰ ਆਪਾਂ ਭੂਤ ਕਹਿੰਦੇ ਆ, ਪ੍ਰੇਤ ਬੋਲਦੇ ਆ, ਕਈ ਵਾਰੀ ਜਿਹਨੂੰ ਆਪਾਂ ਦੇਵ ਸਰੀਰ ਬੋਲਦੇ ਆ, ਸ਼ਹੀਦ ਸਿੰਘ ਬੋਲਦੇ ਆ, ਦੇਵ ਆਤਮਾ ਜਿਹਨੂੰ ਬੋਲਦੇ ਆ, ਇਹਨਾਂ ਦਾ ਪਿਆਰਿਓ ਅਸਥੂਲ ਸਰੀਰ ਨਹੀਂ ਹੁੰਦਾ। ਹੂਬਹੂ ਇਸ ਤਰ੍ਹਾਂ ਦੀ ਹੀ ਇੱਕ ਆਕਾਰ, ਇੱਕ ਪਰਛਾਈ ਜਿਹੜੀ ਹੈ, ਜਿਸ ਤਰ੍ਹਾਂ ਕਿ ਬੰਦਾ ਜਦੋਂ ਆਪਾਂ ਚੱਲਦੇ ਆ, ਹੂਬਹੂ ਜਿਸ ਤਰ੍ਹਾਂ ਬੰਦਾ ਹੁੰਦਾ ਉਹਦੀ ਪਰਛਾਈ ਜਿਹੜੀ ਹੈ ਉਸ ਤਰ੍ਹਾਂ ਹੀ ਬਣਦੀ ਹੈ। ਤੇ ਇਹ ਆਪਾਂ ਜੇ ਸਰੀਰ ਨੂੰ ਹਟਾ ਦਿੱਤਾ ਜਾਵੇ ਤੇ ਪਰਛਾਈ ਨਹੀਂ ਬਣ ਸਕਦੀ। ਲੇਕਿਨ ਜਿਹੜਾ ਲਿੰਗ ਸਰੀਰ ਹੁੰਦਾ ਇਹ ਪਰਛਾਈ ਦੇ ਵੱਤ ਹੁੰਦਾ, ਉਹਦੇ ਵਿੱਚ ਸਥੂਲ ਤੱਤ ਨਹੀਂ ਹੁੰਦੇ ਹਨ। ਹੂਬਹੂ ਉਹ ਉਸ ਤਰ੍ਹਾਂ ਹੀ ਹੁੰਦਾ ਹੈ ਤੇ ਇਹਨੂੰ ਆਪਾਂ ਲਿੰਗ ਸਰੀਰ ਬੋਲਦੇ। ਕਰਮ ਸ਼ੁਭਾ ਸ਼ੁਭ ਫਲ ਕੋ ਪਾਏ। ਆਈ ਜਿਹੜਾ ਲਿੰਗ ਸਰੀਰ ਹੈ, ਜਦੋਂ ਆਪਾਂ ਕੋਈ ਸ਼ੁਭ ਕੰਮ ਕਰਦੇ ਆ ਜਾਂ ਆਪਾਂ ਅਸ਼ੁਭ ਕੰਮ ਕਰਦੇ ਆ ਤੇ ਉਹਦਾ ਫਲ ਵੀ ਜਿਹੜਾ ਇਹਨੂੰ ਪ੍ਰਾਪਤ ਹੁੰਦਾ। ਕਿਉਂਕਿ ਗੁਰਬਾਣੀ ਦੇ ਵਿੱਚ ਵੀ ਇਹ ਕਈ ਵਾਰੀ ਪਿਆਰਿਓ ਜਦੋਂ ਕੋਈ ਬੰਦਾ ਪਾਪ ਕਰਦਾ ਤੇ ਉਹਨੂੰ ਜਦੋਂ ਉਹਦਾ ਫਲ ਪ੍ਰਾਪਤ ਹੁੰਦਾ, ਉਹਦੇ ਬਾਬਤ ਮਹਾਰਾਜ ਜੀ ਨੇ ਕਿਹਾ ਕਿ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਕਿ ਜਿਸ ਤਰ੍ਹਾਂ ਮਧਾਣੀ ਦੇ ਵਿੱਚ ਆਪਾਂ ਦਹੀਂ ਆਦਿਕ ਪਾ ਕਰਕੇ ਉਹਨੂੰ ਰੇੜ ਦਿੰਦੇ ਹਾਂ, ਇਸ ਤਰ੍ਹਾਂ ਹੀ ਧਰਮ ਰਾਜਾ ਜਿਹੜਾ ਹੈ ਉਹਨਾਂ ਪਾਪੀ ਜੀਆਂ ਨੂੰ ਜਿਹੜਾ ਹੈ ਮਧਾਣੀ ਦੇ ਵਿੱਚ ਲੋਹੇ ਦੀ ਮਧਾਣੀ ਜਿਹੜੀ ਹੈ ਆਰਿਆਂ ਦੀ ਪਾ ਕਰਕੇ ਉਹਨੂੰ ਰੇੜ ਦਿੰਦਾ, ਰਗੜਾ ਲਾ ਦਿੰਦਾ। ਫਿਰ ਆਪਾਂ ਇਹ ਵੀ ਬਚਨ ਪੜ੍ਹਦੇ ਆ, ਤਪਤ ਥੰਮ ਗਲ ਲਾਤੇ ਆ, ਪਰਤਰਿਆ ਰਾਵਣ ਜਾਏ ਸਹੀ ਤਲਾਜੀ ਹੈ। ਤਪਦੇ ਹੋਏ ਥੰਮ ਜਿਹੜੇ ਹਨ ਤੇ ਉਹਦੇ ਗਲ ਵਿੱਚ ਲਾਏ ਜਾਂਦੇ ਹਨ। ਜਦੋਂ ਪੜ੍ਹਦੇ ਆ, ਸਰਵਣ ਕਰਦੇ, ਕਈਆਂ ਨੂੰ ਪਿਆਰਿਓ ਫਿਰ ਭੁਲੇਖਾ ਲੱਗਦਾ, ਗੱਲ ਉਹਨਾਂ ਦੀ ਵੀ ਦੁਰਸਤ ਹੁੰਦੀ ਹੈ, ਉਹਨਾਂ ਨੂੰ ਪੂਰਾ ਪਤਾ ਨਹੀਂ ਹੁੰਦਾ। ਤੇ ਫਿਰ ਉਹ ਪੁੱਛਦੇ ਕਿ ਜਦੋਂ ਬੰਦਾ ਮਰ ਗਿਆ, ਜਦੋਂ ਪਿਆਰਿਓ ਬੰਦਾ ਚਲਾਣਾ ਕਰ ਜਾਂਦਾ, ਉਸ ਤੋਂ ਬਾਅਦ ਉਹਦਾ ਸਰੀਰ ਜਿਹੜਾ ਹੈ ਤੇ ਆਪਾਂ ਆਪਣੇ ਆਪਣੇ ਮਤ ਮੁਤਾਬਕ ਉਹਨਾਂ ਦਾ ਸੰਸਕਾਰ ਕਰ ਦਿੰਦੇ ਆ। ਜਦੋਂ ਇਨਸਾਨ ਮਰ ਜਾਵੇ, ਸਿੱਖ ਮਤ ਅਨੁਸਾਰ ਉਹਦਾ ਦਾਹ ਸੰਸਕਾਰ ਕੀਤਾ ਜਾਂਦਾ। ਇਸਲਾਮੀ ਮਤ ਹੋ ਗਿਆ, ਸਾਮੀ ਮਤ ਅਨੁਸਾਰ ਉਹਨੂੰ ਧਰਤੀ ਦੇ ਵਿੱਚ ਦਫਨ ਕੀਤਾ ਜਾਂਦਾ। ਇੱਕ ਪਾਣੀ ਵਿੱਚ ਉਸੱਟਿਆ, ਇੱਕ ਪੀ ਹੱਸਣ ਪਾਏ। ਤੇ ਕਈ ਪਾਣੀ ਦੇ ਵਿੱਚ ਉਹਨੂੰ ਸੁੱਟ ਦਿੰਦੇ ਹਨ, ਕਈ ਜੰਗਲਾਂ ਦੇ ਵਿੱਚ ਜਾਨਵਰਾਂ ਨੂੰ ਉਹਦਾ ਮਾਸ ਖਵਾ ਦਿੰਦੇ, ਕਈ ਗਿਲਜਾਂ ਨੂੰ ਜਿਹੜਾ ਹੈ ਉਹਦਾ ਮਾਸ ਖਵਾ ਦਿੰਦੇ। ਕਹਿਣ ਦਾ ਭਾਵ ਜਿਸ ਤਰ੍ਹਾਂ ਦਾ ਵੀ ਪਿਆਰਿਓ ਸੰਸਾਰ ਦੇ ਵਿੱਚ ਤੁਸੀਂ ਸੰਸਕਾਰ ਕਰਦਾ ਕਰੋ, ਸਰੀਰ ਜਿਹੜਾ ਇੱਥੇ ਰਹਿ ਜਾਂਦਾ, ਸਰੀਰ ਤਾਂ ਮਰ ਜਾਂਦਾ, ਸਰੀਰ ਤਾਂ ਧਰਤੀ ਤੇ ਰਹਿ ਜਾਂਦਾ। ਕੋਈ ਜਾਲ ਚੜਾ ਦਿੰਦਾ, ਕੋਈ ਪਾਣੀ ਦੇ ਵਿੱਚ ਉਹਨੂੰ ਇਹ ਕਰ ਦਿੰਦਾ। ਇਹ ਪੰਜ ਤੱਤ ਜਿਹੜਾ ਮਹਾਰਾਜ ਨੇ ਵੀ ਕਿਹਾ ਨਾ ਕਿ ਜਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਜਿੱਥੋਂ ਇਹ ਪੰਜ ਤੱਤ ਆਏ, ਇਹ ਪੰਜ ਤੱਤ ਪੰਜ ਤੱਤਾਂ ਦੇ ਵਿੱਚ ਲੀਨ ਹੋ ਗਏ, ਫਿਰ ਤਾਂ ਕੁਝ ਵੀ ਨਹੀਂ ਰਹਿ ਗਿਆ। ਫਿਰ ਦਰਗਾਹ ਦੇ ਵਿੱਚ ਆਪਾਂ ਬੋਲਦੇ ਹਾਂ, ਜਮ ਰਾਜਾ ਜਿਹੜਾ ਹੈ ਉਹ ਫਿਰ ਬੰਦੇ ਦੇ ਕੀਤੇ ਹੋਏ ਗੁਨਾਹਾਂ ਦੇ ਅਨੁਸਾਰ ਉਹਨੂੰ ਸਜ਼ਾ ਦਿੰਦਾ। ਉਹ ਸਜ਼ਾ ਕਿਹਨੂੰ ਦਿੰਦਾ ਹੈ? ਕਿਉਂਕਿ ਸਰੀਰ ਤਾਂ ਇੱਥੇ ਰਹਿ ਗਿਆ, ਸਰੀਰ ਤਾਂ ਖਤਮ ਹੋ ਗਿਆ, ਉੱਥੇ ਫਿਰ ਸਜ਼ਾ ਕਿਹਨੂੰ ਪ੍ਰਾਪਤ ਹੁੰਦੀ ਹੈ? ਮਹਾਰਾਜ ਜੀ ਨੇ ਕਿਹਾ ਨਾ, ਬਾਹਰ ਵਿਡਾਨਣਾ ਹੁਮਸ ਤੁਮਸ ਕੂਕਾਂ ਪਈਆਂ ਰਾਹੀ। ਉੱਥੇ ਜਦੋਂ ਕੁਟਾਪਾ ਚਾੜਿਆ ਜਾਂਦਾ ਤੇ ਇਹ ਜੀਵ ਜਿਹੜਾ ਚੀਕਾਂ ਮਾਰਦਾ ਹੈ, ਬਿਰਲਾਪ ਕਰਦਾ, ਕਿਉਂਕਿ ਜੀਵ ਤਾਂ ਇੱਥੇ ਰਹਿ ਗਿਆ, ਸਰੀਰ ਤਾਂ ਇੱਥੇ ਰਹਿ ਗਿਆ, ਉੱਥੇ ਚੀਕਾਂ ਕੌਣ ਮਾਰਦਾ? ਉੱਥੇ ਸਜ਼ਾ ਕਿਹਨੂੰ ਪ੍ਰਾਪਤ ਹੁੰਦੀ ਹੈ?
ਇਹ ਪ੍ਰਸ਼ਨ ਜਿਹੜਾ ਨਾ ਪਿਆਰਿਓ, ਉਹਦਾ ਹੱਲ ਮਹਾਰਾਜ ਜੀ ਦੱਸਦੇ ਹਨ ਕਿ ਜਦੋਂ ਆਪਣਾ ਸਰੀਰ ਖਤਮ ਹੋ ਜਾਵੇ, ਸਰੀਰ ਕਰਕੇ ਕੋਈ ਬੰਦਾ ਜਦੋਂ ਮਰ ਜਾਵੇ ਤੇ ਉਹਦਾ ਆਪਾਂ ਸੰਸਕਾਰ ਕਰ ਦਿੰਦੇ ਆ, ਸਰੀਰ ਇੱਥੇ ਹੀ ਉਹਦਾ ਖਤਮ ਹੋ ਜਾਂਦਾ, ਲੇਕਿਨ ਉਹਦੇ ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ ਜਿਹੜਾ, ਉਹਨੂੰ ਕਾਰਨ ਸਰੀਰ ਬੋਲਦੇ ਹਨ। ਉਹ ਕਾਰਨ ਸਰੀਰ ਵੀ ਪਿਆਰਿਓ, ਉਹਦੇ ਵਿੱਚ ਅਸਥੂਲਤਾ ਹੀ ਕੁਛ ਨਹੀਂ ਹੁੰਦੀ ਹੈ, ਉਹ ਇੱਕਦਮ ਸੂਖਸ਼ਮ ਹੁੰਦਾ, ਪਰਛਾਈ ਦੇ ਵੱਤ ਹੁੰਦਾ, ਸਿਰਫ 3 ਤੱਤਾਂ ਦੇ ਨਾਲ ਉਹ ਬਣਿਆ ਹੋਇਆ ਹੁੰਦਾ, 17 ਉਹਦੀਆਂ ਪ੍ਰਕਿਰਤੀਆਂ ਹੁੰਦੀਆਂ ਹਨ। ਤੇ ਫਿਰ ਪਿਆਰਿਓ ਜਦੋਂ ਕੋਈ ਸਰੀਰ ਜਿਹੜਾ ਹੈ ਉਹਨੂੰ ਕੋਈ ਰੋਕ ਟੋਕ ਨਹੀਂ ਕਰ ਸਕਦਾ। ਭਾਈ ਮੋਬਾਈਲ ਬੰਦ ਕਰ ਦਿਓ ਜਾਂ ਬਾਹਰ ਜਾ ਕੇ ਗੱਲਬਾਤ ਕਰ ਲਓ, ਕਥਾ ਚੱਲ ਰਹੀ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਕਿਹਾ ਕਿ ਇਹ 17 ਜਿਹੜੇ ਸੂਖਸ਼ਮ ਤੱਤ ਹਨ, ਉਹ ਜਿਹੜਾ ਪਿਆਰਿਓ ਸੂਖਸ਼ਮ ਸਰੀਰ ਜਿਹੜਾ ਹੈ, ਅਸਥੂਲ ਸਰੀਰ ਤਾਂ ਖਤਮ ਹੋ ਗਿਆ, ਉਹਦੇ ਅੰਦਰੋਂ ਜਿਹੜਾ ਸੂਖਸ਼ਮ ਸਰੀਰ ਆ, ਉਹ ਸਰੀਰ ਵੀ ਪਿਆਰਿਓ ਹੂਬਾਹੂ ਬੰਦੇ ਦੇ ਵਰਗਾ ਹੀ ਹੁੰਦਾ। ਜਿਸ ਤਰ੍ਹਾਂ ਉਹਦਾ ਸ਼ਕਲ ਸੂਰਤ ਹੁੰਦੀ ਹੈ ਉਂਝ ਹੀ ਉਹ ਨਜ਼ਰ ਆਉਂਦਾ, ਲੇਕਿਨ ਉਹ ਸਿਰਫ ਭਾਸਦਾ ਹੈ, ਉਹਦਾ ਪ੍ਰਤੀਬਿੰਬ ਜਿਹੜਾ ਭਾਸਦਾ, ਸਿਰਫ ਪਰਛਾਈ ਦੇ ਵੱਤ ਉਹ ਨਜ਼ਰ ਆਉਂਦਾ। ਫਿਰ ਉਹੀ ਜਿਹੜੀ ਹੈ ਕਾਰਨ ਸਰੀਰ ਜਦੋਂ ਦਰਗਾਹ ਦੇ ਵਿੱਚ ਜਾਂਦਾ ਹੈ, ਉਹਨੂੰ ਸਜ਼ਾ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਪਿਆਰਿਓ ਉਹ ਆਤਮਾ ਭਟਕ ਜਾਵੇ, ਉਹ ਸੰਸਾਰ ਦੇ ਵਿੱਚ ਹੀ ਰਹਿੰਦੀ ਹੈ, ਤੇ ਕੋਈ ਭੂਤ ਬਣ ਕਰਕੇ, ਕੋਈ ਪ੍ਰੇਤ ਬਣ ਕਰਕੇ, ਕੋਈ ਜਿੰਨ, ਕੋਈ ਦੇਵ ਆਤਮਾ ਬਣ ਕਰਕੇ ਸੰਸਾਰ ਦੇ ਵਿੱਚ ਵਿਚਰਦੇ ਹਨ। ਅੱਜ ਪਿਆਰਿਓ ਬੇਸ਼ੱਕ ਇਹ ਗੱਲਾਂ ਕੋਈ ਹਵਾਈ ਗੱਲਾਂ ਨਹੀਂ ਹੈ, ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੈ ਕਿ ਭਾਈ ਚਲੋ ਜੀ ਕਹਿ ਦਿੱਤਾ ਭੂਤ ਹੈ, ਕਿਉਂਕਿ ਕਈ ਵਾਰੀ ਜਦੋਂ ਆਪਾਂ ਇਹ ਬਚਨ ਕਰਦੇ ਆ ਸੂਖਸ਼ਮ ਸਰੀਰ ਦੀ, ਕਾਰਨ ਸਰੀਰ ਦੀ ਤੇ ਦੇਵ ਆਤਮਾ, ਪ੍ਰੇਤ ਆਤਮਾ ਦੀ ਗੱਲ ਕਰਦੇ ਆ, ਕਈ ਲੋਕ ਪਿਆਰਿਓ ਇਹ ਉਲਾਮਾ ਦੇ ਦਿੰਦੇ, ਯਾਰੋ ਕਿੱਥੋਂ ਦੀਆਂ ਗੱਲਾਂ ਕਰ ਰਹੇ ਹੋ, ਅੱਜ ਦਾ ਵਿਗਿਆਨਿਕ ਯੁੱਗ ਹੈ, ਇਸ ਯੁੱਗ ਦੇ ਵਿੱਚ ਭੂਤਾਂ ਪ੍ਰੇਤਾਂ ਦੀ ਗੱਲ ਕਰ ਰਹੇ ਹੋ। ਨਹੀਂ ਪਿਆਰਿਓ, ਮਹਾਰਾਜ ਜੀ ਨੇ ਕਿਹਾ ਨਾ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਜਗਾਚ, ਅਨੰਤ ਕਰੋੜਾਂ ਦੀ ਗਿਣਤੀ ਦੇ ਵਿੱਚ ਭੂਤ, ਜਿਨ੍ਹਾਂ ਨੇ ਪਿਆਰਿਓ ਇਹਦੇ ਉੱਤੇ ਰਿਸਰਚ ਕਰਨਾ ਕੀਤਾ, ਉਹਨਾਂ ਨੇ ਤੱਤ ਕੱਢ ਕਰਕੇ ਦੱਸ ਦਿੱਤਾ ਕਿ ਇਹਨਾਂ ਨੇ ਸਿੱਧ ਕਰ ਦਿੱਤਾ ਕਿ ਭਾਈ ਇਹ ਸੂਖਸ਼ਮ ਸਰੀਰ ਜਿਹੜਾ ਹੈ, ਜਿਹਨੂੰ ਆਪਾਂ ਪ੍ਰੇਤ ਆਤਮਾ ਬੋਲਦੇ ਆ, ਇਹ ਪ੍ਰੇਤ ਆਤਮਾ ਰਹਿੰਦੀਆਂ ਹਨ। ਅੱਜ ਉਹਨਾਂ ਨੇ ਪਿਆਰਿਓ ਕੋਈ ਯੰਤਰ ਵੀ ਬਣਾ ਲਏ, ਕਿਉਂਕਿ ਦਾਸ ਨੇ ਬੇਨਤੀ ਕੀਤੀ ਸੀ ਨਾ, 3 ਤੱਤ ਦੇ ਹੁੰਦੇ ਹਨ, ਹਵਾ ਤੇ ਨਾਲ ਜਿਹੜਾ ਆਕਾਸ਼, ਤੇ ਜਿਹੜਾ ਤੀਜਾ ਜਿਹੜਾ ਤੱਤ ਹੈ ਗਰਮਾਇਸ਼ ਜਿਹੜੀ ਹੈ, ਜਿਹਨੂੰ ਆਪਾਂ ਹੀਟ ਬੋਲ ਸਕਦੇ ਆ, ਤੇ ਹੀਟ ਦਾ ਇਹਨਾਂ ਨੇ ਯੰਤਰ ਬਣਾ ਲਿਆ। ਤੇ ਉਹ ਯੰਤਰ ਬਣਾ ਕਰਕੇ ਇਸ ਤਰ੍ਹਾਂ ਦੇ ਯੰਤਰ ਬਣਾ ਲਏ ਉਹਨਾਂ ਨੇ ਕਿ ਭਾਈ ਹੁਣ ਕਿਸੇ ਇਲਾਕੇ ਦੇ ਵਿੱਚ ਕੋਈ ਪ੍ਰੇਤ ਆਤਮਾ ਹੋਵੇ, ਉਹ ਯੰਤਰ ਲਾ ਕਰਕੇ ਉਹ ਦੱਸ ਦਿੰਦੇ ਹਨ ਕਿ ਹਾਂ ਭਾਈ ਇੱਥੇ ਕੋਈ ਨੈਗੇਟਿਵਿਟੀ ਫੀਲਡ ਹੈ, ਭਾਵ ਕਿ ਇੱਥੇ ਕੋਈ ਪ੍ਰੇਤ ਆਤਮਾ ਵਿਚਰ ਰਹੀ ਹੈ। ਉਹਨਾਂ ਨੇ ਪਿਆਰਿਓ ਅੱਜ ਇਹ ਸਿੱਧ ਕਰ ਦਿੱਤਾ ਕਿ ਇਹ ਕਾਰਨ ਸਰੀਰ ਜਿਹੜਾ ਹੁੰਦਾ ਹੈ, ਇਹ ਪ੍ਰੇਤ ਯੂਨੀ ਜਿਹੜੀ ਹੈ ਇਹ ਹੁੰਦੀ ਹੈ। ਬੇਸ਼ੱਕ ਇਹ ਸਾਨੂੰ ਨਜ਼ਰ ਨਹੀਂ ਆਉਂਦੀ, ਕਈ ਵਾਰੀ ਪਿਆਰਿਓ ਇਹ ਹਲਕੀ ਹਲਕੀ ਕਈਆਂ ਨੂੰ ਨਜ਼ਰ ਵੀ ਆ ਜਾਂਦੀ ਹੈ। ਹੋ ਸਕਦਾ ਆਪ ਜੀ ਦੇ ਵਿੱਚ ਕਈ ਜਿਹੜੇ ਸਰਵਣ ਕਰ ਰਹੇ ਹੋਗੇ ਕਥਾ, ਤੇ ਆਪ ਨੂੰ ਯਾਦ ਆ ਰਿਹਾ ਹੋਵੇਗਾ ਕਿ ਤੁਸੀਂ ਕਿੱਥੇ ਜਾ ਰਹੇ, ਅਚਨਚੇਤ ਕੁਛ ਆਕ੍ਰਿਤੀ ਬਣੀ ਹੈ, ਕੁਛ ਰੂਪ ਜਿਹੜਾ ਤੁਹਾਨੂੰ ਨਜ਼ਰ ਆਇਆ, ਫਿਰ ਇੱਕਦਮ ਉਹ ਗਾਇਬ ਹੋ ਗਿਆ। ਤੇ ਉਹ ਪਿਆਰਿਓ ਕਈ ਵਾਰੀ ਮਨ ਦਾ ਭੁਲੇਖਾ ਵੀ ਹੁੰਦਾ, ਲੇਕਿਨ ਜ਼ਿਆਦਾ ਕਰਕੇ ਮਨ ਦਾ ਭੁਲੇਖਾ ਨਹੀਂ, ਉਹ ਕੋਈ ਨਾ ਕੋਈ ਪ੍ਰੇਤ ਆਤਮਾ ਹੁੰਦੀ ਹੈ, ਕੋਈ ਨਾ ਕੋਈ ਕਾਰਨ ਸਰੀਰ ਹੁੰਦਾ, ਤੇ ਕਿਸੇ ਕਾਰਨ ਕਰਕੇ ਜੋ ਤੁਹਾਨੂੰ ਨਜ਼ਰ ਆ ਜਾਵੇ ਤੇ ਕਿਸੇ ਕਾਰਨ ਕਰਕੇ ਉਹ ਵਿਲੁਪਤ ਹੋ ਜਾਂਦਾ। ਕਈ ਥਾਵਾਂ ਤੇ ਪ੍ਰੇਤ ਆਤਮਾਵਾਂ ਦਾ ਜਿੱਥੇ ਵਾਸਾ ਹੁੰਦਾ ਤੇ ਉੱਥੇ ਪਿਆਰਿਓ ਲੋਕੀ ਡਰਦੇ ਹਨ। ਅੱਜ ਵੀ ਕਈ ਇਹੋ ਜਿਹੇ ਅਸਥਾਨ ਹਨ ਜਿੱਥੇ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਥੋਂ ਦੀ ਨਕਾਰਾਤਮਕ ਊਰਜਾ ਇੰਨੀ ਜ਼ਿਆਦੀ ਹੁੰਦੀ ਹੈ, ਕੋਈ ਬੰਦਾ ਵੀ ਉੱਥੇ ਨਹੀਂ ਜਾ ਸਕਦਾ। ਜੇ ਕਈ ਚੱਲ ਵੀ ਗਏ ਜਾਂ ਜਾਣ ਦਾ ਯਤਨ ਵੀ ਕਰਦੇ, ਉਹ ਜ਼ਿਆਦਾ ਚਿਰ ਰਹਿ ਨਹੀਂ ਸਕਦੇ, ਖੁਦ ਬ ਖੁਦ ਕਈ ਤਰ੍ਹਾਂ ਦੀ ਪਰੇਸ਼ਾਨੀ ਆ ਜਾਂਦੀ ਹੈ, ਉਥੋਂ ਉਹ ਨਿਕਲ ਜਾਂਦੇ ਹਨ। ਉਹ ਜਿਹੜਾ ਰੂਪ ਰਹਿੰਦਾ, ਮਹਾਰਾਜ ਕਹਿਣ ਲੱਗੇ, ਉਹ ਕਾਰਨ ਸਰੀਰ ਹੈ। ਜਦੋਂ ਸਵਰਗਾਂ ਦੇ ਵਿੱਚ ਜੀਵ ਜਾਂਦਾ ਤੇ ਸਵਰਗਾਂ ਦੇ ਵਿੱਚ ਸੁੱਖ ਵੀ ਉਹੀ ਕਾਰਨ ਸਰੀਰ ਭੋਗਦਾ।
ਨਰਕਾਂ ਦੇ ਵਿੱਚ ਦੁੱਖ ਵੀ ਜਿਹੜਾ ਉਹ ਕਾਰਨ ਸਰੀਰ ਭੋਗਦਾ ਹੈ। ਲੋਕ ਪ੍ਰਲੋਕ ਕਹਿ ਆਵਹਿ ਜਾਏ, ਆਈ ਜਿਹੜਾ ਕਾਰਨ ਸਰੀਰ ਲੋਕ ਪਰਲੋਕ ਦੇ ਵਿੱਚ ਜਾਂਦਾ ਤੇ ਆਂਦਾ ਹੈ। ਇਨਕੋ ਕਰਤਾ ਔਰ ਪ੍ਰਮਾਨ, ਇਹਨਾਂ ਦਾ ਅੱਗੇ ਕਰਤਾ ਜਿਹੜਾ ਇਹ ਤਾਂ ਦੂਜੇ ਨੰਬਰ ਦਾ ਹੋਇਆ। ਇਸ ਤੋਂ ਅਲੱਗ ਜਿਹੜਾ ਤੀਜਾ ਜਿਹੜਾ ਇਹਦਾ ਵੀ ਕਰਤਾ ਹੈ ਉਹ ਇਹ ਤੋਂ ਵੀ ਨਿਆਰਾ ਹੈ। ਕਾਰਨ ਤਨ ਤਹ ਨਾਮ ਪਛਾਨੋ, ਉਹਨੂੰ ਕਾਰਨ ਤਨ ਆਪ ਜੀ ਪਹਿਚਾਨਣਾ ਕਰੋ। ਇੱਕ ਤਾਂ ਜਿਹੜਾ ਹੈ ਤੇ ਪੰਜ ਤੱਤਾਂ ਦਾ ਬਣਿਆ ਹੋਇਆ ਅਸਥੂਲ ਸਰੀਰ ਹੈ, ਉਹ ਤੋਂ ਬਾਅਦ ਲਿੰਗ ਸਰੀਰ ਹੈ, ਤੇ ਹੁਣ ਲਿੰਗ ਸਰੀਰ ਦਾ ਵੀ ਇੱਕ ਤੀਜਾ ਜਿਹੜਾ ਉਹ ਕਾਰਨ ਸਰੀਰ ਹੈ। ਅਤ ਸੂਖਮ ਤਹ ਲਖੋ ਸਰੂਪ, ਉਹਦਾ ਸਰੂਪ ਜਿਹੜਾ ਬਹੁਤ ਜ਼ਿਆਦਾ ਸੂਖਸ਼ਮ ਜਿਹੜਾ ਇਹ ਤੁਸੀਂ ਜਾਣਨਾ ਕਰੋ। ਜਿਹ ਤਰ ਭਰਿਓ ਅੰਧ ਭਉ ਕੂਪਾ, ਲੇਕਿਨ ਉਹ ਅੰਧਕਾਰ ਦੇ ਖੂਹ ਦੇ ਵਿੱਚ ਪਿਆ ਹੋਇਆ ਇਹ ਤੀਜੇ ਨੰਬਰ ਦਾ ਜਿਹੜਾ ਕਾਰਨ ਸਰੀਰ ਹੈ। ਆਤਮ ਰਾਮ ਸਭਨ ਤੇ ਨਿਆਰੋ, ਸਤਿਗੁਰੂ ਮਹਾਰਾਜ ਕਹਿਣ ਲੱਗੇ ਜਿਹੜੀ ਆਤਮਾ ਹੈ, ਆਤਮ ਰਾਮ ਜਿਹੜਾ ਹੈ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਉਹ ਨਾ ਅਸਥੂਲ ਦੇ ਵਿੱਚ ਹੈ, ਨਾ ਲਿੰਗ ਦੇ ਵਿੱਚ ਹੈ, ਨਾ ਕਾਰਨ ਦੇ ਵਿੱਚ ਹੈ। ਉਹ ਇਹਨਾਂ ਤੋਂ ਵੀ ਪਰੇ ਹੈ। ਆਤਮਾ ਇਹਨਾਂ ਤੋਂ ਵੀ ਵੱਖ ਹੈ, ਇਹਨਾਂ ਤੋਂ ਵੀ ਪਰੇ ਹੈ ਇਹਨਾਂ ਦੇ ਵਿੱਚ, ਲੇਕਿਨ ਇਹਨਾਂ ਦੇ ਵਿੱਚ ਰਹਿ ਕਰਕੇ ਇਹਨਾਂ ਤੋਂ ਉਹ ਨਿਆਰੀ ਹੈ। ਹਰਖ ਸੋਗ ਤੇ ਰਹਿਤ ਵਿਚਾਰੋ, ਜਦੋਂ ਵੀ ਬੰਦੇ ਨੂੰ ਹਰਖ ਆਉਂਦਾ, ਸ਼ੋਕ ਆਉਂਦਾ, ਖੁਸ਼ੀ ਤੇ ਗਮੀ ਆਉਂਦੀ ਹੈ, ਇਹ ਤਿੰਨ ਤਰ੍ਹਾਂ ਦੇ ਸਰੀਰ ਜਿਹੜੇ ਹਨ, ਅਸਥੂਲ ਸਰੀਰ, ਲਿੰਗ ਸਰੀਰ, ਕਾਰਨ ਸਰੀਰ ਜਿਹੜਾ ਇਹੀ ਉਹਨੂੰ ਭੋਗਦੇ ਹਨ। ਤੇ ਜੋ ਆਤਮ ਸਰੂਪ ਜਿਹੜਾ ਹੈ ਉਹ ਇਸ ਹਰਖ ਤੇ ਸ਼ੋਕ ਤੋਂ ਉਹ ਨਿਆਰਾ ਹੋ ਜਾਂਦਾ। ਨੇਤ ਨੇਤ ਕਰ ਵੈ ਸਖਿਆਤਾ, ਜਿਹੜੇ ਮਹਾਂਪੁਰਖਾਂ ਨੇ ਉਹਨੂੰ ਲੱਭਣਾ ਕੀਤਾ, ਉਹਦਾ ਸਾਖਿਆਤਕਾਰ ਕਰਨਾ ਕੀਤਾ। ਆਤਮਾ ਜਿਹੜਾ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿੰਜੈ, ਰੂਪ ਰੰਗ ਅਰ ਰੇਖ ਪੇ ਕੋ ਕਹਿ ਨ ਸਕਤ ਕਹੈ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣੀਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਵਣ ਤ੍ਰਿਣ ਕਹਿਤਾ। ਤੇ ਸਾਰਾ ਵਣ ਤੇ ਤ੍ਰਿਣ ਸਾਰਾ ਸੰਸਾਰ ਪਰਮਾਤਮਾ ਨੂੰ ਨੇਤ ਨੇਤ ਕਹਿੰਦਾ। ਨੇਤ ਦਾ ਮਤਲਬ ਕਿ ਪਰੇ ਹੈ, ਇਹ ਤੋਂ ਵੀ ਪਰੇ ਹੈ। ਜਦੋਂ ਆਪਾਂ ਕਹਿ ਦਿੰਦੇ ਆ ਜੀ ਕੋਈ ਹੱਦ ਆਪਾਂ ਪਾ ਦਿੰਦੇ ਆ, ਬਸ ਇੱਥੋਂ ਤੱਕ ਹੈ, ਤੇ ਫਿਰ ਮਹਾਂਪੁਰਖ ਸਤਿਗੁਰੂ ਜੀ ਕਹਿ ਦਿੰਦੇ ਨਹੀਂ ਭਾਈ ਇਹ ਤੋਂ ਵੀ ਪਰੇ ਹੈ, ਤੇ ਬੇਅੰਤ ਹੈ, ਇਹ ਤੋਂ ਵੀ ਬੇਅੰਤ ਹੈ, ਇਸ ਤੋਂ ਵੀ ਅੱਗੇ ਹੈ। ਜਦੋਂ ਆਪਾਂ ਇਹ ਨੇਤਤਾ ਨੂੰ ਧਾਰਨ ਕਰਦੇ ਆ, ਨੇਤਤਾ ਦੇ ਵਿੱਚ ਹੀ ਉਹਦੀ ਸਾਖਿਆਤਤਾ ਹੁੰਦੀ ਹੈ। ਨਿਜ ਆਨੰਦ ਮੈਂ ਜਾਏ ਸਮਾਤਾ, ਉਹ ਨਿਜ ਆਨੰਦ ਦੇ ਵਿੱਚ ਜਾ ਕਰਕੇ ਸਮਾ ਜਾਂਦਾ ਉਹ ਜੀਵਾ। ਦੋਹਰਾ ਇਉਂ ਸੁਣ ਲਹਿਣੇ ਬੰਦ ਕਰ, ਬਹੁਰੂ ਬੂਝਨ ਕੀ। ਇਸ ਤਰ੍ਹਾਂ ਬਾਬਾ ਲੈਣਾ ਜੀ ਨੇ ਸਤਿਗੁਰੂ ਮਹਾਰਾਜ ਜੀ ਤੋਂ ਇਹ ਪਾਵਨ ਬਚਨਾਂ ਨੂੰ ਸੁਣ ਕਰਕੇ ਦੋਵੇਂ ਹੱਥ ਜੋੜ ਕਰਕੇ ਫਿਰ ਬੇਨਤੀ ਕੀਤੀ ਹੈ, ਪੁੱਛਣਾ ਕੀਤਾ। ਨੇਤ ਨੇਤ ਕਰ ਪ੍ਰਾਪਤੀ ਕਹੋ ਪ੍ਰਭੂ ਪਰਬੇ। ਕਹਿੰਦੇ ਸਤਿਗੁਰੂ ਮਹਾਰਾਜ ਆਪ ਜੀ ਨੇ ਹੁਣੇ ਜੋ ਦੱਸਿਆ ਕਿ ਜਿਹੜਾ ਵੀ ਕਹਿੰਦਾ ਨਾ ਕਿ ਉਹ ਪ੍ਰਮਾਤਮਾ ਨੇਤ ਹੈ, ਉਹ ਪ੍ਰਮਾਤਮਾ ਬੇਅੰਤ ਹੈ, ਤੇ ਆਪਾਂ ਜਦੋਂ ਬੇਅੰਤ ਬੋਲਦੇ ਆ ਤੇ ਬੇਅੰਤ ਦੇ ਨਾਲ ਉਹਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵੀ ਪਿਆਰਿਓ ਅਕਾਲ ਉਸਤਤ ਜੋ ਬਾਣੀ ਹੈ, ਪਾਵਨ ਬਾਣੀ, ਜਿਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਅਕਾਲ ਪਰਮਾਤਮਾ ਦੀ ਉਸਤਤੀ ਕਰਨੀ ਕੀਤੀ ਹੈ, ਉਹਦੇ ਵਿੱਚ ਵੀ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਪਿਆਰਿਓ ਜੇ ਪਾਠੀ ਬਣਾਉਣਾ, ਕੋਈ ਜਾਪੀ ਕਰਨਾ ਨਾ, ਤੇ ਉਹਨੂੰ ਬੇਅੰਤ ਦਾ ਪਾਠ ਉਹਦਾ ਜਾਪ ਕਰਨਾ ਕਰੋ। ਬੇਅੰਤ ਕੋ ਕਰੰਤ ਪਾਠ ਵੇਖੀਐ, ਤੇ ਇਹੀ ਤੁਸੀਂ ਪਾਠ ਬਣਾ ਦਿਓ ਕਿ ਪ੍ਰਮਾਤਮਾ ਬੇਅੰਤ ਹੈ। ਨੇਤ ਦਾ ਵੀ ਮਤਲਬ ਉਹੀ ਹੈ ਕਿ ਇਸ ਤੋਂ ਪਰੇ। ਬੇਅੰਤ ਦਾ ਵੀ ਪਿਆਰਿਓ ਦੂਜੇ ਅਰਥਾਂ ਦੇ ਵਿੱਚ ਇਹੀ ਉਹਦਾ ਅਰਥ ਲੱਗਦਾ, ਦੂਜੇ ਸ਼ਬਦਾਂ ਦੇ ਵਿੱਚ ਕਿ ਪਰਮਾਤਮਾ ਪਰੇ ਹੈ, ਇਸ ਤੋਂ ਵੀ ਪਰੇ ਆ, ਉਹਦਾ ਕੋਈ ਅੰਤ ਪ੍ਰਾਪਤ ਨਹੀਂ ਹੋ ਸਕਦਾ। ਇਹ ਪਾਠ ਕਰਨ ਦੇ ਨਾਲ ਕਿਸ ਤਰ੍ਹਾਂ ਰੱਬ ਦੀ ਪ੍ਰਾਪਤੀ ਹੁੰਦੀ ਹੈ, ਉਹ ਮਹਾਰਾਜ ਆਪ ਜੀ ਸਾਨੂੰ ਦੱਸਣਾ ਕਰੋ। ਚੌਪਈ ਪਰਮ ਕਿਰਪਾਲ ਗਿਆਨ ਘਨ ਪੂਰੇ, ਪਰਮ ਕਿਰਪਾਲੂ ਸਤਿਗੁਰੂ ਜਿਨ੍ਹਾਂ ਦੇ ਅੰਦਰ ਗਿਆਨ ਦਾ ਬਦਲ ਜਿਹੜਾ ਭਰਿਆ ਹੋਇਆ ਹੈ। ਬੋਲੇ ਬਚਨ ਮਧੁਰ ਮ੍ਰਿਦ ਰੂਰੇ, ਬਾਬਾ ਲੈਣਾ ਜੀ ਦੇ ਬਚਨਾਂ ਨੂੰ ਸੁਣ ਕਰਕੇ ਬਹੁਤ ਮਧੁਰ ਮਿੱਠੇ ਬਚਨ ਅਤੇ ਕੋਮਲ ਬਚਨਾਂ ਦਾ ਉਚਾਰਨ ਕੀਤਾ।
ਮਨ ਲਾਏ। ਸਤਿਗੁਰੂ ਜੀ ਕਹਿਣ ਲੱਗੇ ਸਭ ਤੋਂ ਵੱਡੇ ਮਹਾਭਾਗ ਵਾਲੇ ਬਾਬਾ ਲੈਣਾ ਜੀ, ਜੇ ਆਪ ਜੀ ਪੁੱਛਦੇ ਤੇ ਹੁਣ ਚਿੱਤ ਲਾ ਕਰਕੇ ਸਰਵਣ ਕਰਨਾ ਕਰੋ। ਜਿਸ ਬਿਧ ਨਿਜ ਆਨੰਦ ਕੋ ਪਾਏ। ਜਿਸ ਤਰ੍ਹਾਂ ਨਿਜ ਆਨੰਦ ਜਿਹੜਾ ਹੈ, ਜੋ ਬੰਦੇ ਦਾ ਨਿਜ ਦਾ ਆਨੰਦ ਹੈ, ਉਹਦੀ ਪ੍ਰਾਪਤੀ ਕਿਸ ਤਰ੍ਹਾਂ ਹੋ ਸਕਦੀ ਹੈ, ਉਹ ਅਸੀਂ ਆਪ ਜੀ ਨੂੰ ਦੱਸਦੇ ਹਾਂ। ਪੰਚਕੋਸ਼ ਪ੍ਰਥਮੇ ਨਿਰਧਾਰਹੁ। ਸਤਿਗੁਰੂ ਮਹਾਰਾਜ ਕਹਿਣ ਲੱਗੇ ਜੋ ਪੰਜ ਕੋਸ਼ ਜਿਹੜੇ ਹਨ, ਸਭ ਤੋਂ ਪਹਿਲੇ ਪੰਜ ਕੋਸ਼ ਨੂੰ ਤੁਸੀਂ ਸਮਝਣਾ ਕਰੋ। ਤਿਨ ਤੇ ਹੰਤਾ ਬੁੱਧ ਉਠਾਰਹੁ। ਉਹਦੇ ਅੰਦਰੋਂ ਫਿਰ ਹੰਤਾ ਬੁੱਧ ਉਠਾਰੋ, ਭਾਵ ਕਿ ਉਹਦੇ ਅੰਦਰ ਜਿਹੜਾ ਹੈ ਅਹੰਕਾਰ, ਬੁੱਧੀ ਦੇ ਵਿੱਚ ਮੈਂਪੁਣਾ ਭਾਸਦਾ ਹੈ। ਕੋਸ਼ ਅੰਨ ਮੈਂ ਵਹਿਰ ਸੋ ਦੇਹਾ। ਸਭ ਤੋਂ ਪਹਿਲੇ ਮਹਾਰਾਜ ਜੀ ਨੇ ਕਿਹਾ ਕਿ ਇਹ ਤਨ ਦੇ ਅੰਦਰ ਪੰਜ ਤਰ੍ਹਾਂ ਦੇ ਕੋਸ਼ ਹਨ। ਕੋਸ਼ ਦਾ ਮਤਲਬ ਕੀ ਹੁੰਦਾ ਪਿਆਰਿਓ? ਖਜ਼ਾਨਾ। ਖਜ਼ਾਨਾ ਦਾ ਮਤਲਬ ਕਿ ਕੋਈ ਇਹੋ ਜਿਹਾ ਅਸਥਾਨ ਜਿਹੜਾ ਜਿਹਦੇ ਵਿੱਚ ਆਪਾਂ ਕੋਈ ਵੀ ਚੀਜ਼ ਨੂੰ ਡੱਕਦੇ ਆ, ਉਹਨੂੰ ਭਰ ਕਰਕੇ ਰੱਖਦੇ ਆ। ਜਿਸ ਤਰ੍ਹਾਂ ਕਿ ਘਰ ਦੇ ਵਿੱਚ ਤਿਜੋਰੀ ਹੋਵੇ, ਤਿਜੋਰੀ ਨੂੰ ਕੋਸ਼ ਕਿਹਾ ਜਾਂਦਾ। ਉਹ ਤਿਜੋਰੀ ਦੇ ਵਿੱਚ, ਬੈਂਕਾਂ ਦੇ ਵਿੱਚ ਜੋ ਲੋਕਰ ਹੁੰਦੇ ਹਨ, ਉਹਦੇ ਵਿੱਚ ਆਪਾਂ ਕੀ ਰੱਖਦੇ ਆ? ਮਾਇਆ ਰੱਖਦੇ ਆ, ਖਜ਼ਾਨਾ ਉਹਦੇ ਅੰਦਰ ਭਰਦੇ ਆ, ਕੋਸ਼ ਦੇ ਅੰਦਰ। ਕੋਸ਼ ਦਾ ਮਤਲਬ ਕਿ ਉਹ ਵਸਤੂ, ਉਹ ਚੀਜ਼ ਜੇ ਵੀ ਪਿਆਰਿਓ ਇੱਕ ਤਰ੍ਹਾਂ ਦਾ ਕੋਸ਼ ਹੈ, ਇੱਕ ਤਰ੍ਹਾਂ ਦਾ ਉਹ ਕੋਸ਼ ਬਣ ਗਿਆ। ਉਹਦੇ ਵਿੱਚ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ। ਦੁੱਧ ਪਾ ਲਿਓ, ਉਹਦੇ ਵਿੱਚ ਚੌਲ ਪਾ ਲਿਓ, ਉਹਦੇ ਵਿੱਚ ਦਾਲ ਸਬਜ਼ੀ ਤੁਸੀਂ ਪਾ ਸਕਦੇ। ਇਸ ਤਰ੍ਹਾਂ ਹੀ ਆ ਜਿਹੜਾ ਸਰੀਰ ਜਿਹੜਾ ਹੈ, ਇਹਦੇ ਅੰਦਰ ਪੰਜ ਤਰ੍ਹਾਂ ਦਾ ਕੋਸ਼ ਹੁੰਦਾ। ਸਭ ਤੋਂ ਪਹਿਲਾ ਪਿਆਰਿਓ ਜੋ ਕੋਸ਼ ਹੈ, ਉਹਨੂੰ ਅੰਨਮੈ ਕੋਸ਼ ਬੋਲਦੇ ਹਨ। ਅੰਨਮੈ, ਅੰਨ ਦਾ ਮਤਲਬ ਕਿ ਸਰੀਰ ਜਿਹੜਾ ਹੈ ਨਾ, ਸਰੀਰ ਦੇ ਅੰਦਰ ਆਪਾਂ ਕੀ ਕਰਦੇ ਆ? ਬਾਹਰੋਂ ਕੀ ਸੁੱਟਦੇ ਆ? ਅੰਨ ਪਾਉਂਦੇ ਆ। ਸਰੀਰ ਦੇ ਅੰਦਰ ਜਿਹੜਾ, ਜਿਸ ਤਰ੍ਹਾਂ ਸਾਡਾ ਢਿੱਡ ਹੈ, ਸਾਡਾ ਪੇਟ ਜਿਹੜਾ ਹੈ, ਇਹਦੇ ਅੰਦਰ ਕੀ ਪਿਆ ਹੋਇਆ? ਅੰਨ ਪਿਆ ਹੋਇਆ। ਕੀ ਪਿਆ ਹੋਇਆ? ਅੰਨ ਇਸ ਪਤੀਲੇ ਦੇ ਵਿੱਚ, ਇਸ ਕੋਸ਼ ਦੇ ਵਿੱਚ ਆਪਾਂ ਇਹ ਜਮਾ ਕਰਨਾ ਕੀਤਾ। ਬਾਹਰੋਂ ਅੰਨ ਤਾਂ ਆਪਣਾ ਨਹੀਂ ਹੈ, ਆਪਣਾ ਅੰਨ ਬਿਲਕੁਲ ਨਹੀਂ ਹੈ। ਪਾਣੀ ਵੀ ਆਪਣਾ ਨਹੀਂ ਹੈ, ਲੇਕਿਨ ਆਪਾਂ ਬਾਹਰੋਂ ਅੰਨ ਛਕਦੇ ਆ, ਪਾਣੀ ਲੈਂਦੇ ਆ। ਉਹ ਫਿਰ ਕਿੱਥੇ ਜਮਾ ਹੁੰਦਾ? ਸਾਡੇ ਸਰੀਰ ਦੇ ਅੰਦਰ ਜਮਾ ਹੁੰਦਾ। ਤੇ ਉਹ ਜਮਾ ਕੀਤਾ ਹੋਇਆ ਅੰਨ, ਉਹਨੂੰ ਅੰਨਮੈ ਕੋਸ਼ ਕਿਹਾ ਜਾਂਦਾ। ਜਾਗਰਤ ਮਹਿ ਵਰਤਤ ਹੈ ਇਹਾ। ਜਾਗਰਤ ਅਵਸਥਾ ਦੇ ਵਿੱਚ ਇਹ ਅੰਨਮੈ ਕੋਸ਼ ਜਿਹੜਾ ਹੈ, ਇਹਦਾ ਵਰਤਾਰਾ ਵਰਤਦਾ ਹੈ। ਭਾਵ ਕਿ ਕਦੇ ਆਪਨੇ ਵੇਖਿਆ ਜੀ ਕੋਈ ਬੰਦਾ ਜਿਹੜਾ ਐਨ ਆਰਾਮ ਦੇ ਵਿੱਚ ਸੁੱਤਾ ਹੋਇਆ ਹੈ, ਉਹਨੂੰ ਕੋਈ ਖਬਰ ਨਹੀਂ ਹੈ, ਉਹਦੇ ਮੂੰਹ ਦੇ ਵਿੱਚ ਰੋਟੀ ਪਾ ਦਿਓ, ਉਹ ਨਾਲ ਖਾਈ ਜਾ ਰਿਹਾ। ਇਹ ਕੰਮ ਨਹੀਂ ਹੋ ਸਕਦਾ, ਕਿਉਂਕਿ ਸੁੱਤਾ ਬੰਦਾ ਕਦੇ ਛਕ ਨਹੀਂ ਸਕਦਾ। ਹਾਂ, ਕੋਈ ਸੁੱਤਾ ਬੰਦਾ ਖਾ ਲਵੇ ਤੇ ਸਮਝ ਲਿਓ ਇਹ ਐਕਟਿੰਗ ਕਰ ਰਿਹਾ ਹੈ, ਇਹ ਡਰਾਮਾ ਕਰ ਰਿਹਾ। ਅਸਲ ਦੇ ਵਿੱਚ ਇਹ ਸੁੱਤਾ ਨਹੀਂ ਹੈ, ਕਿਉਂਕਿ ਅੰਨਮੈ ਕੋਸ਼ ਜਿਹੜਾ ਜਾਗਰਤ ਅਵਸਥਾ ਦੇ ਵਿੱਚ ਸਕਰੀय ਹੁੰਦਾ ਤੇ ਵਿਸ਼ਰਾਮ ਦੀ ਅਵਸਥਾ ਦੇ ਵਿੱਚ ਜਦੋਂ ਆਪਾਂ ਸੌਂ ਜਾਂਦੇ ਆ, ਉਸ ਵੇਲੇ ਇਹ ਸਕਰੀय ਨਹੀਂ ਹੁੰਦਾ। ਉਸ ਵੇਲੇ ਆਪਾਂ ਅੰਨਮੈ ਕੋਸ਼ ਦੇ ਵਿੱਚ, ਪੇਟ ਵਿੱਚ ਕੁਝ ਵੀ ਨਹੀਂ ਪਾ ਸਕਦੇ। ਲਖਹੁ ਅਨਾਤਮ ਜਾਂ ਕੋ ਰੂਪਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹਨੂੰ ਜਿਹੜਾ ਆਤਮਾ ਤੋਂ ਵੱਖ ਤੁਸੀਂ ਜਾਣਨਾ ਕਰੋ, ਕਿਉਂਕਿ ਇਹ ਅੰਨਮੈ ਕੋਸ਼ ਜਿਹੜਾ ਸਾਡਾ ਸਰੀਰ ਹੈ, ਇਹ ਸਾਡੀ ਆਤਮਾ ਨਹੀਂ ਹੈ। ਨਿਰਵੈਵ ਆਤਮ ਅਨੂਪਾ। ਕਿਉਂਕਿ ਜਿਹੜੀ ਆਤਮਾ ਜਿਹੜੀ ਹੈ ਉਪਮਾ ਤੋਂ ਰਹਿਤ, ਤੇ ਜਿਹਨੂੰ ਆਪਾਂ ਕੋਈ ਕੋਸ਼ ਦੇ ਵਿੱਚ ਵੰਡ ਨਹੀਂ ਸਕਦੇ ਆ। ਆਤਮਾ ਅੰਨਮੈ ਕੋਸ਼ ਤੋਂ ਨਿਆਰੀ ਹੈ। ਕੋਸ਼ ਪ੍ਰਾਣ ਮੈਂ ਤਿਸ ਤੇ ਅੰਤਰ। ਆ ਜਿਹੜਾ ਸਭ ਤੋਂ ਪਹਿਲੇ ਪਿਆਰਿਓ ਅੰਨਮੈ ਕੋਸ਼ ਹੈ, ਸਾਡਾ ਸਰੀਰ ਆ। ਤੇ ਬਾਹਰੋਂ ਆਪਾਂ ਅੰਨ ਲੈਂਦੇ ਆ ਤੇ ਸਰੀਰ ਦੇ ਵਿੱਚ ਇੱਕ ਕੋਸ਼ ਬਣਾ ਕਰਕੇ, ਤੇ ਉਹਦੇ ਵਿੱਚ ਅੰਨ ਜਿਹੜਾ ਹੈ ਪੇਟ ਦੇ ਵਿੱਚ ਜਾਂ ਸਰੀਰ ਦੇ ਵਿੱਚ ਅੰਨ ਪਾਣੀ ਸਟੋਰ ਹੁੰਦਾ, ਜਿਹਨੂੰ ਆਪਾਂ ਕੋਸ਼ ਦਾ ਮਤਲਬ ਅੰਗਰੇਜ਼ੀ ਦੇ ਵਿੱਚ ਸਟੋਰ, ਜਿਹਨੂੰ ਆਪਾਂ ਬੋਲ ਸਕਦੇ ਆ ਸਟੋਰ, ਜਮਾ ਕਰ ਲਿਆ ਅੰਨ। ਤੇ ਇੱਕ ਤਾਂ ਸਭ ਤੋਂ ਪਹਿਲੇ ਅੰਨਮੈ ਕੋਸ਼, ਉਹ ਤੋਂ ਬਾਅਦ ਸਿਰਫ ਅੰਨਮੈ ਕੋਸ਼ ਦੇ ਨਾਲ ਗੱਲ ਨਹੀਂ ਬਣਦੀ ਹੈ। ਫਿਰ ਦੂਜਾ ਕੋਸ਼ ਜਿਹੜਾ ਪਿਆਰਿਓ ਉਹ ਪ੍ਰਾਣਮੈ ਕੋਸ਼ ਹੈ। ਪ੍ਰਾਣਮੈ ਕੋਸ਼ ਦਾ ਮਤਲਬ ਕਿ ਜਿਹਦੇ ਵਿੱਚ ਪ੍ਰਾਣ ਦਾ ਆਪਾਂ ਸਟੋਰ ਕਰਦੇ ਆ। ਜੇ ਆਪ ਜੀ ਵੇਖਿਓ, ਜਦੋਂ ਆਪਾਂ ਸਰੀਰ ਨੂੰ ਕੱਢਦੇ ਆ
ਤੇ ਜਿਹੜੇ ਨਿਊਰੋ ਸਰਜਨ ਹੁੰਦੇ ਹਨ, ਨਸਾਂ ਦੇ ਉੱਤੇ, ਸਰੀਰ ਦੇ ਉੱਤੇ ਜੋ ਕੰਮ ਕਰਦੇ, ਉਹ ਦੱਸਦੇ ਕਿ ਇੱਕ ਕਈ ਤਰ੍ਹਾਂ ਦੀਆਂ ਪਿਆਰਿਓ ਨਸਾਂ ਹਨ। ਜਿਸ ਬੰਦੇ ਦੇ ਅੰਦਰੋਂ ਸਾਰੀਆਂ ਜੇ ਆਪਾਂ ਨਾੜੀਆਂ ਕੱਢ ਦਈਏ, ਇੱਕ ਮਨੁੱਖ ਦੇ ਅੰਦਰ ਇੰਨੀਆਂ ਨਾੜੀਆਂ ਹਨ, ਉਹਦਾ ਦਿਮਾਗ ਤੋਂ ਲੈ ਕਰਕੇ, ਸਿਰ ਤੋਂ ਲੈ ਕਰਕੇ ਪੈਰ ਤੱਕ, ਤੇ ਵੱਡੀਆਂ ਤੋਂ ਲੈ ਕਰਕੇ ਸੂਖਸ਼ਮ ਨਾੜੀਆਂ ਜਿਹੜੀਆਂ, ਇਹਨੂੰ ਆਪ ਜੀ ਕੱਢ ਦਿਓ ਤੇ ਇੱਕ ਬੰਦੇ ਦੇ ਅੰਦਰ ਇੰਨੀਆਂ ਨਾੜੀਆਂ ਜਿਹਦੇ ਨਾਲ ਆਪਾਂ ਪ੍ਰਿਥਵੀ ਦਾ 2 ਚੱਕਰ ਲਾ ਸਕਦੇ। ਇੰਨੀ ਜ਼ਿਆਦੀ ਨਾੜੀ ਜਿਹੜੀ ਹੈ ਸਰੀਰ ਦੇ ਅੰਦਰ ਜਿਹੜੀ ਹੈ। ਦਿਮਾਗ ਦੇ ਅੰਦਰ ਹੀ ਪਿਆਰਿਓ ਬਹੁਤ ਜ਼ਿਆਦਾ ਨਾੜੀਆਂ ਹੁੰਦੀਆਂ। ਹੁੰਦਾ ਦਿਮਾਗ ਜਿਹੜਾ ਕਿੰਨਾ ਛੋਟਾ ਜਿਹਾ ਹੁੰਦਾ, ਲੇਕਿਨ ਉਹਦੇ ਅੰਦਰ ਬਹੁਤ ਸੂਖਸ਼ਮ ਨਾੜੀਆਂ ਹੁੰਦੀਆਂ। ਤੇ ਨਾੜੀਆਂ ਜਿਹੜੀਆਂ ਹਨ, ਹਰ ਨਾੜੀ ਦੇ ਵਿੱਚ ਲਹੂ ਨਹੀਂ ਵਗਦਾ। ਇੱਕ ਨਾੜੀ ਜਿਹੜੀ ਆ ਪਿਆਰਿਓ ਉਹ ਬਲੱਡ ਦਾ ਸਰਕੂਲੇਟ ਕਰਦੀ ਹੈ, ਲਹੂ ਨੂੰ ਦੌੜਾਉਂਦੀ ਹੈ। ਇੱਕ ਨਾੜ ਜਿਹੜੀ ਹੈ ਉਹ ਪ੍ਰਾਣ ਦਾ ਮਤਲਬ ਕਿ ਹਵਾ ਜਿਹੜੀ ਹੈ, ਉਹ ਹਵਾ ਨੂੰ ਜਿਹੜੀ ਹੈ ਸਰੀਰ ਦੇ ਵਿੱਚ ਉਹਦਾ ਸੰਚਾਰ ਕਰਦੀ ਹੈ। ਭਾਵ ਕਿ ਹਵਾ ਦਾ ਸੰਚਾਰ ਵੀ ਜ਼ਰੂਰੀ ਹਨ ਕਿ ਇੱਕ ਆਮ ਸਵਸਥ ਬੰਦਾ ਉਹਨੂੰ ਭੁੱਖਾ ਰੱਖ ਦਿਓ, ਪ੍ਰਸ਼ਾਦਾ ਨਾ ਛਕਾਓ, 2-2.5 ਮਹੀਨੇ, ਵੱਧ ਤੋਂ ਵੱਧ 3 ਮਹੀਨੇ ਬੰਦਾ ਜੀਵਿਤ ਰਹਿ ਸਕਦਾ, ਉਸ ਤੋਂ ਬਾਅਦ ਮਰ ਜਾਵੇਗਾ। ਜੇ ਬਿਲਕੁਲ ਬੰਦੇ ਨੂੰ ਜਲ ਨਾ ਛਕਾਇਆ ਜਾਵੇ ਤੇ 2-3 ਦਿਨ ਜਾਂ 4 ਦਿਨ ਬੰਦਾ ਕੱਟ ਲੈਂਦਾ ਮੌਸਮ ਦੇ ਅਨੁਸਾਰ, ਫਿਰ ਬੰਦਾ ਮਰ ਜਾਂਦਾ। ਲੇਕਿਨ ਪ੍ਰਾਣਮੈ ਕੋਸ਼ ਜਿਹੜਾ, ਜਿਹਨੂੰ ਆਪਾਂ ਪ੍ਰਾਣ ਬੋਲਦੇ ਆ, ਤੇ ਆਮ ਕਰਕੇ ਅੱਜ ਦੇ ਜ਼ਮਾਨੇ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਜਿਹਨੂੰ ਆਪਾਂ ਆਕਸੀਜਨ ਬੋਲਦੇ ਆ, ਕਿ ਬੰਦਾ ਕੀ ਕਰਦਾ, ਆਕਸੀਜਨ ਲੈਂਦਾ ਤੇ ਫਿਰ ਬਾਅਦ ਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜਾ ਉਹ ਗੈਸ ਉਹ ਪ੍ਰਾਣ ਬਾਹਰ ਛੱਡਦਾ। ਇਹਦਾ ਵੀ ਪਿਆਰਿਓ ਕੋਸ਼ ਹੈ, ਇਹਦਾ ਵੀ ਇੱਕ ਜਿਹੜਾ ਸਟੋਰ ਹੈ, ਉਹ ਸਟੋਰ ਦੇ ਵਿੱਚ, ਕਿਉਂਕਿ ਪ੍ਰਾਣ ਵੀ ਸਾਡੇ ਨਹੀਂ ਹਨ, ਬਾਹਰੋਂ ਆਪਾਂ ਆਕਸੀਜਨ ਲੈਂਦੇ ਆ ਤੇ ਫਿਰ ਜਦੋਂ ਉਹੀ ਆਕਸੀਜਨ ਪੂਰਾ ਸਰੀਰ ਦੇ ਵਿੱਚ ਲੱਗ ਜਾਵੇ, ਉਹੀ ਆਕਸੀਜਨ ਜਦੋਂ ਖਾਲੀ ਹੋ ਜਾਂਦਾ, ਫਿਰ ਕਾਰਬਨ ਡਾਈਆਕਸਾਈਡ ਦੇ ਵਿੱਚ ਉਹ ਕਨਵਰਟ ਹੋ ਕਰਕੇ ਬਾਹਰ ਨਿਕਲ ਜਾਂਦਾ। ਸਾਡੇ ਸਰੀਰ ਦੇ ਵਿੱਚ ਤਾਂ ਉਹ ਨਹੀਂ ਹੈ, ਲੇਕਿਨ ਉਹਦਾ ਵੀ ਕੋਸ਼ ਸਾਡੇ ਅੰਦਰ ਹੈ। ਤੇ ਇਹ ਕੋਸ਼ ਜਿਹੜਾ ਇੰਨਾ ਭੈੜਾ, ਭਾਵ ਕਿ ਇਹੋ ਜਿਹਾ ਕੋਸ਼ ਹੈ ਜਿਹ ਤੋਂ ਬਗੈਰ ਸਰੀਰ ਬਿਲਕੁਲ ਨਹੀਂ ਚੱਲ ਸਕਦਾ। ਅੰਨ ਤੋਂ ਬਗੈਰ ਕੁਛ ਦਿਨ, 2-3 ਮਹੀਨੇ ਰਹਿ ਸਕਦੇ ਆ, ਪਾਣੀ ਤੋਂ ਬਗੈਰ 3-4 ਦਿਨ ਕੱਟ ਸਕਦੇ ਆ। ਜੇ ਬੰਦੇ ਦਾ ਤੁਸੀਂ ਸਵਾਸ ਬੰਦ ਕਰ ਦਿਓ, ਵੱਧ ਤੋਂ ਵੱਧ 2-2.5 ਮਿੰਟ, 3 ਮਿੰਟ ਤੋਂ ਵੱਧ ਬੰਦਾ ਜੀਵਿਤ ਨਹੀਂ ਰਹਿ ਸਕਦਾ। ਉਹਦੇ ਪ੍ਰਾਣਮਈ ਕੋਸ਼ ਨੂੰ ਬੰਦ ਕਰ ਦਿਓ, ਮੂੰਹ ਤੇ ਨੱਕ ਉਹਦਾ ਬੰਦ ਕਰ ਦਿਓ, 2-3 ਮਿੰਟਾਂ ਦੇ ਵਿੱਚ ਹੀ ਉਹਨੇ ਮਰ ਜਾਣਾ। ਭਾਵ ਕਿ ਇਹ ਵੀ ਸਾਡੇ ਸਰੀਰ ਦੇ ਅੰਦਰ ਇੱਕ ਸਟੋਰ ਹੈ। ਉਹ ਕੀ ਕਰਦਾ ਹੈ, ਉਹ ਸਿਰਫ ਵਾਯੂ ਨੂੰ ਲੈਂਦਾ, ਪ੍ਰਾਣਾ ਨੂੰ ਲੈਂਦਾ ਤੇ ਪ੍ਰਾਣਾ ਦਾ ਜਿਹੜਾ ਨਿਕਾਸ ਕਰਦਾ। ਨਾਹੀ ਤਾਂ ਆਤਮ ਜਾਨ ਨਿਰੰਤਰ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਆਤਮਾ ਜਿਹੜੀ ਹੈ ਨਿਰੰਤਰ ਜਾਣਨਾ ਕਰੋ। ਇਹ ਨਾ ਸਮਝੋ ਕਿ ਭਾਈ ਪ੍ਰਾਣ ਜਿਹੜੇ ਹਨ, ਹਾਂ ਕਈ ਵਾਰੀ ਬੰਦੇ ਦੇ ਪ੍ਰਾਣ ਨਿਕਲ ਗਏ, ਹਵਾ ਨਿਕਲ ਗਈ ਤੇ ਆਪਾਂ ਕਹਿੰਦੇ ਜੀ ਇਹਦੇ ਪ੍ਰਾਣ ਨਿਕਲ ਗਏ। ਲੇਕਿਨ ਪਿਆਰਿਓ ਆਤਮਾ ਇਹ ਤੋਂ ਵੀ ਨਿਆਰੀ ਹੈ, ਇਹ ਤੋਂ ਵੀ ਵੱਖਰੀ ਹੈ। ਬਹੁਰ ਮਨੋਮੈ ਕੋਸ਼ ਸੁਨੀਚੈ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਮਨੋਮੈ ਕੋਸ਼, ਮਨ ਦਾ ਜਿਹੜਾ ਕੋਸ਼ ਹੈ ਉਹ ਤੁਸੀਂ ਜਾਣਨਾ ਕਰੋ। ਮਨੋਮੈ ਕੋਸ਼ ਦਾ ਮਤਲਬ ਪਿਆਰਿਓ ਇਹ ਉਹ ਕੋਸ਼ ਹੈ, ਇਹ ਦਿਮਾਗ ਦੇ ਵਿੱਚ ਸਾਡਾ ਕੋਸ਼ ਰਹਿੰਦਾ। ਇਹਦਾ ਸਟੋਰ ਜਿਹੜਾ ਹੈ ਦਿਮਾਗ ਦੇ ਵਿੱਚ ਹੁੰਦਾ। ਜੋ ਵੀ ਸਾਡੀ ਸਮ੍ਰਿਤੀ ਜੋ ਹੈ, ਜੋ ਸਾਡੀ ਯਾਦਾਸ਼ਤ ਸ਼ਕਤੀ ਹੈ, ਉਹ ਸਭ ਜਿਹੜਾ ਹੈ ਮਨੋਮੈ ਕੋਸ਼ ਦੇ ਵਿੱਚ ਹੀ ਹੁੰਦੀ ਹੈ। ਭਾਵ ਕਿ ਉਹ ਵੀ ਇੱਕ ਸਟੋਰ ਹੈ। ਜਿਸ ਤਰ੍ਹਾਂ ਆਪਾਂ ਰੋਟੀ ਦਾ ਸਰੀਰ ਵਿੱਚ ਸਟੋਰ ਕਰਦੇ ਆ, ਪ੍ਰਾਣਾ ਦਾ ਸਟੋਰ ਕਰਦੇ ਆ, ਇਸ ਤਰ੍ਹਾਂ ਹੀ ਪਿਆਰਿਓ ਸਾਡੀ ਯਾਦਾਸ਼ਤ ਸ਼ਕਤੀ ਜਿਹੜੀ ਹੈ ਤੇ ਉਹਦਾ ਵੀ ਇੱਕ ਤਰ੍ਹਾਂ ਦਾ ਸਟੋਰ ਜਿਹੜਾ ਕੋਸ਼ ਸਾਡੇ ਸਰੀਰ ਦੇ ਅੰਦਰ ਹੈ। ਤੇ ਕਈਆਂ ਦਾ ਪਿਆਰਿਓ ਇਹ ਇੰਨਾ ਸਕਰੀय ਹੁੰਦਾ, ਇੰਨਾ ਜ਼ਿਆਦਾ ਉਹ ਪ੍ਰਬਲ ਹੁੰਦਾ ਕਿ ਇਹੋ ਜਿਹੇ ਬੰਦੇ ਜਿਹੜੇ ਹੁੰਦੇ ਜਿਨ੍ਹਾਂ ਦਾ ਇਹ ਮਨੋਮੈ ਕੋਸ਼ ਜਿਹੜਾ ਬਹੁਤ ਸਕਰੀय ਹੋਵੇ, ਉਹਨਾਂ ਨੂੰ ਕੋਈ ਵੀ ਚੀਜ਼ ਪਿਆਰਿਓ ਬਹੁਤ ਛੇਤੀ ਯਾਦ ਹੋ ਜਾਂਦੀ ਹੈ। ਇੱਕ ਵਾਰੀ ਵੀ, ਕਈ ਵਾਰੀ ਆਪਾਂ ਵੀ ਵੇਖਦੇ ਹਾਂ ਸਕੂਲਾਂ ਦੇ ਵਿੱਚ ਜਦੋਂ ਪੜ੍ਹਦੇ ਸੀ, ਕੁਝ ਬੱਚੇ ਜਿਹੜੇ ਹਨ ਉਹ ਇੱਕੋ ਵਾਰੀ ਪੜ੍ਹ ਲੈਂਦੇ, ਉਹਨਾਂ ਨੂੰ ਯਾਦ ਹੋ ਜਾਂਦਾ। ਤੇ ਕਈ ਵਾਰੀ ਆਪਾਂ ਕੀ ਕਰਦੇ ਹਾਂ, ਰੱਟਾ ਲਾ ਕਰਕੇ ਥੱਕ ਜਾਂਦੇ, ਫਿਰ ਵੀ ਯਾਦ ਨਹੀਂ ਹੁੰਦਾ। ਜਿਨ੍ਹਾਂ ਨੂੰ ਬਹੁਤ ਛੇਤੀ ਯਾਦ ਹੋ ਜਾਵੇ ਤੇ ਸਮਝ ਲਿਓ ਉਹਨਾਂ ਦੀ ਸਮ੍ਰਿਤੀ ਜਿਹੜੀ ਹੈ ਤੇ ਉਹਨਾਂ ਦਾ ਜਿਹੜਾ ਮਨੋਮੈ ਕੋਸ਼ ਬਹੁਤ ਜ਼ਿਆਦਾ ਸਕਰੀय ਹੈ।
ਇੰਨਾ ਉਹਨਾਂ ਦੇ ਅੰਦਰ ਤੁਰੰਤ ਉਹ ਜਿਹੜਾ ਹੈ ਯਾਦ ਕਰ ਲੈਂਦੇ। ਕਈਆਂ ਦੀ ਯਾਦਾਸ਼ਤ ਸ਼ਕਤੀ ਬਹੁਤ ਜ਼ਿਆਦੀ ਹੁੰਦੀ। ਅੱਜ ਤੋਂ ਤੇ ਉਹਨਾਂ ਨੂੰ ਬਚਪਨ ਦੀ ਵੀ ਗੱਲ ਪੁੱਛ ਲਿਓ ਤੇ ਉਹ ਦੱਸ ਦਿੰਦੇ ਹਨ, ਹਾਂ ਭਾਈ ਉੱਥੇ ਗਿਆ ਸੀ, ਇਹ ਹੋਇਆ ਉਹ ਹੋਇਆ, ਹਰ ਚੀਜ਼। ਕਈ ਇੰਨੇ ਪਿਆਰਿਓ ਰੋਸ਼ਨ ਦਿਮਾਗ ਦੇ ਹੁੰਦੇ, ਇੰਨਾ ਸਮਰਤੀ ਪਟਲ ਉਹਨਾਂ ਦਾ ਜਾਗਰਤ ਹੁੰਦਾ ਤੇ ਬਚਪਨ ਦੇ ਵਿੱਚ ਵੀ ਕੁਝ ਪੜ੍ਹੇ ਹੋਏ ਪਾਠ ਅੱਜ ਵੀ ਉਹਨਾਂ ਨੂੰ ਯਾਦ ਹੁੰਦੇ। ਕਈਆਂ ਦਾ ਦਿਮਾਗ ਕੰਮ ਨਹੀਂ ਕਰਦਾ ਤੇ ਉਹਨੂੰ ਅੱਜ ਹੀ ਉਹ ਯਾਦ ਕਰਾਓ। ਕਈ ਚੀਜ਼ ਲੈਣ ਵਾਸਤੇ ਆਪਾਂ ਜਾਂਦੇ ਆ ਬਾਜ਼ਾਰ, ਹਾਂਜੀ ਆ ਲੈਣਾ ਤੇ ਜਾਂਦੇ ਜਾਂਦੇ ਹੀ ਆਪਾਂ ਭੁੱਲ ਜਾਂਦੇ ਆ ਕਿ ਭਾਈ ਕੀ ਲੈਣਾ। ਇਹਦਾ ਮਤਲਬ ਕਿ ਸਾਡਾ ਸਟੋਰੇਜ ਜਿਹੜਾ ਹੈ, ਮਨੋਮੈ ਕੋਸ਼ ਜਿਹੜਾ ਵਿਗਿਆਨਿਕ ਹੋਇਆ ਤੇ ਉਹਨਾਂ ਨੇ ਉਹਦਾ ਪਰੀਖਣ ਕਰਨਾ ਕੀਤਾ ਤੇ ਕਹਿੰਦੇ ਉਹ ਆਪਣੇ ਦਿਮਾਗ ਦਾ ਉਹਦਾ ਸਭ ਤੋਂ ਜ਼ਿਆਦਾ ਸਕਰੀਏ ਜਿਹੜਾ ਹੈ 7% ਦਿਮਾਗ ਉਹਦਾ ਚੱਲਦਾ ਸੀ। 7% ਆਮ ਜਿਹੜਾ ਬੰਦਾ ਪਿਆਰਿਓ 2% 3% ਜਿਹੜਾ ਹੈ ਇਹਨਾਂ ਦਾ ਬੰਦਿਆਂ ਦਾ ਦਿਮਾਗ ਚੱਲਦਾ। ਤੇ ਸਿਆਣੇ ਵਿਦਵਾਨ ਦਾਨੇ ਬੰਦੇ ਦੱਸਦੇ ਹਨ, ਜੇ ਬੰਦੇ ਦਾ ਪਿਆਰਿਓ ਪੂਰਾ 100% ਦਿਮਾਗ ਜੇ ਚੱਲਣਾ ਸ਼ੁਰੂ ਹੋ ਜਾਵੇ ਤੇ ਸੰਸਾਰ ਦੇ ਵਿੱਚ ਕੋਈ ਜਿਹੜਾ ਹੈ ਆਪਾਂ ਜਿਸ ਤਰ੍ਹਾਂ ਸਟੋਰੇਜ ਹੁੰਦੇ ਆ, ਸੰਸਾਰ ਦੀ ਪੂਰੀ ਜਾਣਕਾਰੀ, ਪੂਰੇ ਗ੍ਰੰਥ ਇੱਕ ਬੰਦੇ ਦੇ ਦਿਮਾਗ ਦੇ ਅੰਦਰ ਆਪਾਂ ਫਿੱਟ ਕਰ ਸਕਦੇ ਆ। ਇੰਨਾ ਵੱਡਾ ਜਿਹੜਾ ਬੰਦੇ ਦਾ ਦਿਮਾਗ ਹੁੰਦਾ। ਲੇਕਿਨ ਇਹ ਮਹਾਰਾਜ ਦੀ ਕਿਰਪਾ ਹੀ ਹੈ ਕਿ ਬੰਦੇ ਦਾ ਦਿਮਾਗ ਉਨਾ ਚੱਲਦਾ ਨਹੀਂ ਹੈ। ਬਹੁਤ ਹੋ ਗਿਆ 2 ਤੋਂ 3% ਯਾਦਾਸ਼ਤ ਜਿਹੜੀ ਹੈ ਸਾਨੂੰ ਰਹਿ ਜਾਂਦੀ ਹੈ, ਬਾਕੀ ਆਪਾਂ ਭੁੱਲ ਜਾਂਦੇ ਆ। ਜੇ ਬੰਦੇ ਦੇ ਦਿਮਾਗ ਦੇ ਅੰਦਰ ਕੁਝ ਫਿੱਟ ਕਰਨਾ ਚਾਹਵੇ, ਸੰਸਾਰ ਦੀ ਸਾਰੀ ਜਾਣਕਾਰੀ ਆਪਾਂ ਦਿਮਾਗ ਦੇ ਅੰਦਰ ਫਿੱਟ ਕਰ ਸਕਦੇ ਆ। ਉਹ ਕੀ ਹੈ? ਉਹਨੂੰ ਮਹਾਰਾਜ ਜੀ ਨੇ ਕਿਹਾ ਮਨੋਮੈ ਕੋਸ਼। ਉਹ ਮਨ ਦਾ ਕੋਸ਼ ਹੈ, ਮਨ ਦਾ ਸਟੋਰ ਹੈ, ਜਿਹਦੇ ਵਿੱਚ ਆਪਾਂ ਯਾਦਾਸ਼ਤ ਆਦਿਕ ਭਰਦੇ ਜਾਂਦੇ। ਸੂਪ ਅਨਾਤਮ ਹਿਰਦੇ ਲਖੀ ਜੈ, ਉਹ ਵੀ ਆਤਮਾ ਤੋਂ ਪਰੇ ਤੁਸੀਂ ਜਾਣਨਾ ਕਰੋ। ਕੋਸ਼ ਵਿਗਿਆਨਮਈ ਤਹਿ ਪਰੈ, ਉਹ ਤੋਂ ਬਾਅਦ ਇਹ ਮਨੋਮੈ ਕੋਸ਼ ਤੋਂ ਵੀ ਪਰੇ ਜਿਹੜਾ ਵਿਗਿਆਨਮੈ ਕੋਸ਼। ਵਿਗਿਆਨ ਦਾ ਮਤਲਬ ਪਿਆਰਿਓ ਦਿਮਾਗ ਦੇ ਨਾਲ ਹੁੰਦਾ। ਇਹਦਾ ਮਤਲਬ ਹੈ ਕਿ ਕਈ ਬੰਦੇ ਕਈ ਵਾਰੀ ਕਿਹਨੂੰ ਕੋਈ ਯਾਦਾਸ਼ਤ ਸ਼ਕਤੀ ਜ਼ਿਆਦੀ ਹੋਵੇ ਨਾ, ਆਪਾਂ ਕਹਿ ਦਿੰਦੇ ਆ ਕਿ ਭਾਈ ਆ ਬੰਦਾ ਜਿਹੜਾ ਹੈ ਬੜਾ ਹੁਸ਼ਿਆਰ ਹੈ ਜੀ। ਨਹੀਂ ਪਿਆਰਿਓ, ਉਹਨੂੰ ਹੁਸ਼ਿਆਰ ਨਹੀਂ ਕਹਿਣਾ ਚਾਹੀਦਾ। ਆ ਕਹਿ ਸਕਦੇ ਆ ਕਿ ਭਾਈ ਇਹਦਾ ਸਮਰਤੀ ਪਟਲ, ਇਹਦੀ ਯਾਦਾਸ਼ਤ ਸ਼ਕਤੀ ਬਹੁਤ ਜ਼ਿਆਦੀ ਹੈ। ਜਿਹੜੇ ਦਿਮਾਗ ਕਰਕੇ ਹੁਸ਼ਿਆਰ ਹੁੰਦੇ ਹਨ, ਕਈ ਵਾਰੀ ਉਹਨਾਂ ਦਾ ਯਾਦਾਸ਼ਤ ਸ਼ਕਤੀ ਜ਼ਿਆਦੀ ਨਹੀਂ ਹੁੰਦੀ, ਲੇਕਿਨ ਅਗਲਾ ਜਿਹੜਾ ਹੈ ਕੋਈ ਵੀ ਚੀਜ਼ ਜਿਹੜੀ ਹੈ ਉਹ ਤੁਰੰਤ ਆਪਣਾ ਦਿਮਾਗ ਚਲਾ ਕਰਕੇ ਕੋਈ ਵੀ ਉਹਨਾਂ ਨੂੰ ਪ੍ਰਸ਼ਨ ਪਾ ਦਿਓ, ਤੁਰੰਤ ਪਿਆਰਿਓ ਉਹ ਉਹਦਾ ਹੱਲ ਕਰ ਦਿੰਦੇ ਹਨ। ਜਿਸ ਤਰ੍ਹਾਂ ਕਿ ਜਿਹੜੇ ਗਣਿਤজ্ঞ ਹੁੰਦੇ ਹਨ ਤੇ ਨਾਲ ਜਿਹੜੇ ਸਾਇੰਟਿਸਟ ਹੁੰਦੇ ਹਨ, ਵਿਗਿਆਨਿਕ ਹੁੰਦੇ, ਇਹਨਾਂ ਦਾ ਸਭ ਤੋਂ ਜ਼ਿਆਦਾ ਵਿਗਿਆਨਮਈ ਕੋਸ਼ ਜਿਹੜਾ ਹੈ ਤੇ ਉਹ ਸਕਰੀय ਹੁੰਦਾ। ਇਹ ਅੱਗੇ ਦਾ ਸੋਚਦੇ, ਪੁਰਾਣੀ ਇਹਨਾਂ ਨੂੰ ਯਾਦਾਸ਼ਤ ਨਹੀਂ ਹੁੰਦੀ ਹੈ। ਜਿਹੜੇ ਗਣਿਤজ্ঞ ਹੁੰਦੇ ਹਨ, ਮੈਥਮੈਟਿਕਸ ਕਰਨ ਵਾਲੇ, ਤੇ ਉਹਨਾਂ ਨੂੰ ਜੋ ਮਰਜ਼ੀ ਤੁਸੀਂ ਪ੍ਰੋਬਲਮ ਰੱਖ ਦਿਓ, ਸਮ ਰੱਖ ਦਿਓ, ਉਹ ਤੁਰੰਤ ਉਹਦੇ ਉੱਤੇ ਦਿਮਾਗ ਇੰਨਾ ਚੱਲਦਾ, ਉਹਨਾਂ ਦੀ ਸਮਰਤੀ ਨਹੀਂ ਚੱਲਦੀ ਹੈ, ਯਾਦਾਸ਼ਤ ਨਹੀਂ ਹੁੰਦੀ ਹੈ। ਉਹ ਨਿਤ ਨਵੇਂ ਜੋ ਪ੍ਰੋਬਲਮ ਆ ਜਾਂਦੇ ਉਹਨੂੰ ਹੱਲ ਕਰਦੇ ਹਨ। ਤੇ ਜਿੰਨੇ ਵੀ ਕੋਈ ਨਵੀਂ ਚੀਜ਼ ਦਾ ਅਵਿਸ਼ਕਾਰ ਕਰਦੇ, ਜਿਹੜੇ ਵਿਗਿਆਨਕ ਸਿਆਣੇ ਸਾਇੰਟਿਸਟ ਜਿਹਨੂੰ ਆਪਾਂ ਬੋਲਦੇ ਆ, ਇਹਨਾਂ ਦਾ ਪਿਆਰਿਓ ਵਿਗਿਆਨਮਈ ਕੋਸ਼ ਜ਼ਿਆਦਾ ਹੁੰਦਾ। ਦਿਮਾਗ ਜਿਹਨੂੰ ਆਪਾਂ ਬੋਲਦੇ ਆ, ਦਿਮਾਗ ਬਹੁਤ ਜ਼ਿਆਦਾ ਚੱਲਦਾ ਹੈ। ਤੁਰੰਤ ਕੁਝ ਵੀ ਆ ਜਾਵੇ ਉਹਦਾ ਉਹ ਹੱਲ ਕੱਢ ਦਿੰਦੇ ਹਨ। ਇਹਨੂੰ ਵਿਗਿਆਨਮਈ ਕੋਸ਼ ਕਿਹਾ ਜਾਂਦਾ। ਤੀਨ ਕੋਸ਼ ਬਿਨ ਤਨ ਜੇ ਰਰੈ, ਸਤਿਗੁਰੂ ਮਹਾਰਾਜ ਜੀ ਨੇ ਅੱਗੇ ਬਚਨ ਕਰਨਾ ਕੀਤਾ ਕਿ ਇਹ 3 ਕੋਸ਼ ਜਿਹੜੇ ਹਨ, ਇਹ ਸਰੀਰ ਤੋਂ ਬਿਨਾਂ ਜੋ 3 ਕੋਸ਼ ਹਨ, ਸੁਪਨ ਅਵਸਥਾ ਇਸਕੇ ਮਾਹੀ, ਇਹਨਾਂ ਦੇ ਵਿੱਚ ਜਿਹੜੀ ਸੁਪਨ ਅਵਸਥਾ ਹੁੰਦੀ ਹੈ, ਵਿਚਰਤ ਆਤਮ ਰੂਪ ਤਹਾਹੀ, ਉਹਦੇ ਵਿੱਚ ਆਤਮ ਰੂਪ ਜਿਹੜਾ ਸੁਪਨ ਦੇ ਵਿੱਚ, ਭਾਵ ਕਿ ਆਤਮਾ ਇਹਨਾਂ ਤੋਂ ਵੀ ਪਰੇ ਹੈ। ਇਹ ਨਹੀਂ ਸੋਚਣਾ ਕਿ ਅੰਨਮੈ ਕੋਸ਼ ਤੇ ਪ੍ਰਾਣਮੈ ਕੋਸ਼, ਵਿਗਿਆਨਮੈ ਮਨੋਮੈ ਕੋਸ਼ ਤੋਂ ਵੀ ਆਤਮਾ ਨਿਆਰੀ ਹੈ। ਲਖਹੁ ਨਾ ਇਤ ਸਰੂਪ ਨਿਜ ਕੇਰੋ, ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਾਬਾ ਲੈਣਾ ਜੀ ਇਹਨੂੰ ਵੀ ਆਪਣਾ ਨਿਜ ਸਰੂਪ ਨਹੀਂ ਜਾਣਨਾ। ਇਨਤੇ ਨਿਆਰੋ
ਨੀਕੇ ਹੇਰੋ। ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਜਾਣਨਾ ਕਰੋ ਕਿ ਇਹ 4 ਕੋਸ਼ ਜਿਹੜੇ ਹਨ, 4 ਕੋਸ਼ਾਂ ਤੋਂ ਵੀ ਬੰਦਾ ਜਿਹੜਾ ਹੈ ਅਸਲ ਦੇ ਵਿੱਚ ਆਤਮਾ ਜਿਹੜੀ ਹੈ ਉਹ ਪਰੇ ਹੈ। ਉਹ 5ਵਾਂ ਕੋਸ਼ ਕਿਹੜਾ ਹੈ ਉਹਦੇ ਬਾਬਤ ਆਪਾਂ ਕਰਦੇ ਦੀਵਾਨ ਦੇ ਵਿੱਚ ਵਿਚਾਰ ਕਰਨਾ, ਉਹਨੂੰ ਆਨੰਦਮੈ ਕੋਸ਼ ਕਿਹਾ ਜਾਂਦਾ। ਇਹ ਜਿਹੜੇ ਹਨ 4 ਕੋਸ਼ ਦਾ ਇਹ ਸਰੀਰ ਦੇ ਨਾਲ ਇਹਨਾਂ ਦਾ ਸੰਬੰਧ ਹੈ। ਇਹ 4 ਤਰ੍ਹਾਂ ਦੀ ਹੋ ਗਿਆ, ਦਿਮਾਗ ਦਾ ਹੋ ਗਿਆ। ਇਸ ਤੋਂ ਇਲਾਵਾ 5ਵਾਂ ਜਿਹੜਾ ਹੈ ਤੇ ਆਨੰਦਮਈ ਕੋਸ਼ ਆ, ਤੇ ਉੱਥੇ ਜਿਹੜਾ ਆਤਮਿਕ ਸਰੂਪ ਦਾ ਵਾਸਾ ਹੈ ਉਹ ਸਤਿਗੁਰੂ ਮਹਾਰਾਜ ਜੀ ਨੇ ਜੋ ਬਚਨ ਕਰਨਾ ਸਮਝਾਉਣਾ ਅਗਲੇ ਦੀਵਾਨ ਦੇ ਵਿੱਚ ਮਹਾਰਾਜ ਜੀ ਤੋਂ ਆਪਾਂ ਸਿੱਖਿਆ ਲੈਣ ਦਾ ਯਤਨ ਕਰਨਾ ਕਰੀਏ। ਹੁਣ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖਾਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤਾ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ, ਇਕ ਓੰਕਾਰ। ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ, ਇਕ ਓੰਕਾਰ। ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ, ਇਕ ਓੰਕਾਰ। ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ, ਇਕ ਓੰਕਾਰ। ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੂ ਵਾਹੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ, ਜੀ ਪਿਆਰੇ ਗੋਬਿੰਦ ਸਿੰਘ ਜੀ।
ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ। ਅੱਗੇ ਤੋਂ ਸੁਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ